सलोक पवन गुरु पाणी पिता माता धरत महत दिवस रात दोए दाई दाया खेले सगल जगत चंगियाइयां बुराइयां वाचा धर्म हदूर करवी आपो अपनी के नेड़े के दूर जिने नाम ते आया गए मशक्कत काल नानक ते मुख उजले केते छुटे नाल जिने नाम ते आया गए मशक्कत काल नानक ते मुख उजले केती छुटे नाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह। संताप करे सुनी सच्ची वाणी संत साजन कहे सच्चे पूरे बुद्धे ज्ञान सुनते पुनित कहते सतगुरु पाणी पिता माता धरत महत दिवस रात दोए दाई दाया खेले सगल जगत चंगियाइयां बुराइयां वाचे धर्म दूर करमी आपो अपनी के नेड़े के दूर जिनी नाम ते आया गए मशक्कत काल नानक ते मुख उजले केती छुट्टी ना। वाहिगुरु जी का खालसा वाहिगुरु जी की फतेह। श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत
ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥੈ ਕਉਨ। ਕਰਮ ਨਾਮ ਵਰਣਤ ਸੁਮਤ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ। ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ। ਸਰਬ ਕੀ ਰਖਿਆ ਕਰੈ ਆਪੇ ਹਰ ਪਤ। ਅਵਿਨਾਸੀ ਅਵਗਤ ਆਪੇ ਆਪ ਉਤਪਤ। ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ। ਹਰ ਅੰਤ ਨਾਹੀ ਪਾਰਾਵਾਰ। ਕੌਣ ਹੈ ਕਰੈ ਵਿਚਾਰ। ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ। ਜਨ ਨਾਨਕ ਭਗਤ ਦਾਰ ਤੋਲ ਬ੍ਰਹਮ ਸੰਸਾਰ। ਏਕ ਜੀਹੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ। ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ। ਊਚੇ ਤੇ ਊਚੋ ਜਾਨੀਜੈ ਪ੍ਰਭ ਤੇਰੋ ਥਾਨੰ। ਮਨ ਤਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ। ਕਵਨ ਉਪਮਾ ਦਿਓ ਬੜੇ ਤੇ ਬੜਾਨੰ। ਜਾਣੈ ਕੌਣ ਤੇਰੋ ਭਿਓ ਅਲਖ ਅਪਾਰ ਤਿਓ। ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ। ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰ। ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਡਡੌਤ ਬੰਦਰ ਅਨਕ ਬਾਰ ਸਰਬ ਕਲਾ ਸਮਰਥ। ਡੋਲਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੋ ਕਹੋ ਟਾਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਗੁਰ ਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂਧੈ ਸਾਹ। ਜਿਸ ਪਾਸ ਬੈਠਿਆ ਸੋਹੀਐ
ਸਭਨਾ ਦਾ ਏਸਾ। ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਏਸਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪਹਿਲਾ। ਭਾਂਡਾ ਹਛਾ ਸੋਈ ਜੋ ਤਿਸ ਭਾਵਸੀ। ਭਾਂਡਾ ਆਤਮਲੀਨ ਧੋਤਾ ਹਛਾ ਨਾ ਹੋਏ ਸੀ। ਭਾਂਡਾ ਹਛਾ ਸੋਈ ਜੋ ਤਿਸ ਭਾਵਸੀ। ਭਾਂਡਾ ਆਤਮਲੀਨ ਧੋਤਾ ਹਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਏਤ ਦੁਆਰੇ ਧੋਏ ਹਛਾ ਹੋਏ ਸੀ। ਮੈਲੇ ਹਛੇ ਕਾ ਵਿਚਾਰ ਆਪ ਵਰਤਾਏ ਸੀ। ਮਤ ਕੋ ਜਾਣ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਈ ਤਿਹਾ ਹੋਏ ਸੀ। ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ। ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਕਿਰਪਾ ਨਿਦਾਨ ਸਤਿਗੁਰੂ ਜੀ। ਹਾਜ਼ਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹੇ ਮਿਲੇ ਸੁਰ ਸਾਦਰ। ਸਾਧ ਰਚੇ ਬੜ ਆਤਮ ਗਿਆਨ ਬੜੀ ਵਿਸ਼ਿਆਤਮ ਕੋ ਬੜ ਬਾਦਰ। ਬਾਦ ਹੈ ਹਵੈ ਸਿੱਖ ਨਰ ਸੋ ਜਿਨ ਜਾਣਿਓ ਨਹੀਂ ਸੋ ਇਹੀ ਜਗ ਕਾਦਰ। ਕਾਦਰ ਹੈ ਜਮ ਕੋ ਤਿਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਤੇ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਸੰਤ ਪੰਚਮੀ ਦੇ ਮਹਾਨ ਜੋੜ ਮੇਲੇ ਜੋ ਸਾਲਾਨਾ ਸਮਾਗਮ ਹਨ। ਗੁਰੂ का प्यारा पंथ गुरु की संगत गुरु का खालसा मना रहा है। गुरु के चरणों में हाजरियां भर के पवित्र सरोवर में इशनान करके गुरु के लंगरां में हाजरियां भर के गुरु के दीवाना में हाजरियां भर के अपने सवासां नूं अपने समय नूं सफला कर रहे हो। महा मुबारकी चढ़िया सदा बसंत मां दा महीना मुबारखां दित्तियां सतगुरु जी ने। भाई खालसा जी खुशियां बसंत की रुत आ गई है।
ਮੌਲੀ ਧਰਤੀ, ਮੌਲਿਆ ਆਕਾਸ਼। ਅੱਜ ਸਾਰੀ ਧਰਤੀ ਦੇ ਉੱਤੇ ਖੁਸ਼ਹਾਲੀ ਹੈ। ਕੁਦਰਤ ਰਾਣੀ ਆਪਣੇ ਪੂਰੇ ਜੋਬਨ ਤੇ ਆਈ ਹੋਈ ਹੈ। ਮੌਲੀ ਧਰਤੀ, ਮੌਲਿਆ ਆਕਾਸ਼। ਆਕਾਸ਼ ਮੰਡਲ ਵੀ ਅੱਜ ਬੜਾ ਸਾਫ ਸੁਥਰਾ ਹੈ, ਬੜੇ ਆਨੰਦ ਵਿੱਚ ਹੈ। ਚਾਰੇ ਪਾਸੇ ਘੱਟ ਘੱਟ ਮੌਲਿਆ ਆਤਮ ਪ੍ਰਗਾਸ਼। ਅਸਲ ਵਿੱਚ ਫੁੱਲ ਨਹੀਂ ਖਿੜੇ, ਅਸਲ ਵਿੱਚ ਪ੍ਰਕਿਰਤੀ ਨਹੀਂ ਖਿੜੀ। ਪ੍ਰਕਿਰਤੀ ਦੇ ਵਿੱਚ ਜਿਹੜੀ ਆਤਮਾ ਹੈ ਨਾ, ਵਾਹਿਗੁਰੂ ਦੀ ਜੋਤ, ਉਹ ਖਿੜੀ ਹੈ। ਘੱਟ ਘੱਟ ਮੌਲਿਆ ਆਤਮਾ ਦਾ ਪ੍ਰਕਾਸ਼ ਹੋਇਆ। ਉਹ ਜਰੇ ਜਰੇ ਵਿੱਚ, ਕਣ ਕਣ ਵਿੱਚ, ਪੱਤੇ ਪੱਤੇ ਵਿੱਚ, ਜਲ ਥਲ ਮਈਲ ਪੂਰਿਆ। ਸੁਆਮੀ ਸਿਰਜਣਹਾਰ ਅਨੇਕ ਭਾਂਤ ਹੋਏ ਪਸਰਿਆ। ਕਿਤੇ ਤੇ ਫੁੱਲ ਬਣਿਆ ਹੋਇਆ, ਕਿਤੇ ਭੌਰਾ ਬਣਿਆ ਹੋਇਆ। ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਕਹੂੰ ਫੂਲ ਵੈ ਕੈ ਭਲੀ ਭਾਂਤ ਫੂਲੇ, ਤੇ ਕਹੂੰ ਭਵਰ ਵੈ ਕੈ ਭਲੀ ਭਾਂਤ ਫੂਲੇ। ਕਿਤੇ ਮਹਾਰਾਜ ਪਰਮੇਸ਼ਰ ਫੁੱਲ ਬਣਿਆ, ਕਿਤੇ ਭੌਰਾ ਬਣਿਆ। ਦੋਵਾਂ ਸਿਰਾਂ ਦਾ ਆਪ ਸੁਆਮੀ, ਦੋਵਾਂ ਪਾਸੇ ਆਪ ਹੀ ਵਰਤ ਰਿਹਾ ਹੈ। ਕਣ ਕਣ ਵਿੱਚ, ਜਰੇ ਜਰੇ ਵਿੱਚ, ਪੱਤੇ ਪੱਤੇ ਵਿੱਚ ਮੇਰੇ ਸੁਆਮੀ ਦਾ ਨੂਰ ਝਲਕ ਰਿਹਾ ਹੈ। ਉਸ ਅਕਾਲ ਪੁਰਖ ਦੀ ਖੇਡ। ਬਸੰਤ ਦੀ ਰੁੱਤ, ਬਸੰਤ ਪੰਚਮੀ ਦਾ ਇਹ ਸਮਾਗਮ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਹਨ। ਜਿੱਥੇ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਹਾਨ ਸੰਗਤਾਂ ਦਾ ਇਕੱਠ ਹੈ, ਉੱਥੇ ਗੁਰੂ ਕੇ ਲਾਹੌਰ ਵਿਖੇ ਵੀ ਕਲਗੀਧਰ ਪਾਤਸ਼ਾਹ ਦੇ ਵਿਆਹ ਦਾ ਜੋ ਸੀਨ ਹੈ, ਉਹ ਅੱਜ ਬੰਨ੍ਹਿਆ ਜਾਂਦਾ ਹੈ। ਜਦੋਂ ਮਾਤਾ ਜੀਤੋ ਜੀ, ਉਹਨਾਂ ਦੇ ਪਿਤਾ ਜੀ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਪੁੱਤਰੀ ਵਰਯੋਗ ਹੈ, ਆਪ ਜੀ ਕਿਰਪਾ ਕਰਕੇ ਚਰਨਾਂ ਦੀ ਦਾਸੀ ਬਣਾਉਣੀ ਸਵੀਕਾਰ ਕਰ ਲਓ। ਮਾਮਾ ਕਿਰਪਾਲ ਚੰਦ ਜੀ ਤੇ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ। ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ ਜੀ ਸਨ, ਉਹਨਾਂ ਨੂੰ ਬੇਨਤੀ ਕੀਤੀ। ਸਾਰੇ ਪਰਿਵਾਰ ਦੀ ਸਹਿਮਤੀ ਹੋ ਗਈ, ਰਿਸ਼ਤਾ ਪ੍ਰਵਾਨ ਹੋ ਗਿਆ। ਬੜੀ ਖੁਸ਼ੀ ਮਨਾਈ ਗਈ। ਲਾਹੌਰ ਦੇ ਵਿੱਚ ਜਾ ਕੇ ਉੱਥੋਂ ਦੀ ਸੰਗਤ ਨੂੰ ਖੁਸ਼ੀ ਹੋਈ ਵੀ ਸਾਡੇ ਸ਼ਹਿਰ ਦੀ ਪੁੱਤਰੀ, ਸਾਡੇ ਸ਼ਹਿਰ ਦੀ ਬੱਚੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਲਗੀਧਰ ਜੀ ਦੀ ਦਾਸੀ ਬਣੇਗੀ ਤੇ ਸਾਡੀ ਸਾਰੀ ਦੁਨੀਆ ਦੀ ਮਾਂ ਬਣੇਗੀ, ਜਗਤ ਮਾਤਾ ਬਣੇਗੀ। ਸਾਰੇ ਸ਼ਹਿਰ ਲਾਹੌਰ ਵਿੱਚ ਸੰਗਤਾਂ ਨੇ ਖੁਸ਼ੀ ਮਨਾਈ। ਬੜੇ ਚਾਵਾਂ ਨਾਲ ਵਿਆਹ ਦਾ ਦਿਨ ਰੱਖਿਆ ਤੇ ਮਹਾਰਾਜ ਨੂੰ ਆ ਕੇ ਸ੍ਰੀ ਅਨੰਦਪੁਰ ਸਾਹਿਬ ਬੇਨਤੀ ਕੀਤੀ, ਗਰੀਬ ਨਵਾਜ ਜੀ ਆਪ ਜੀ ਦੀ ਆਮਦ ਵਾਸਤੇ ਸੰਗਤਾਂ ਤਿਆਰੀ ਕਰ ਰਹੀਆਂ ਨੇ, ਬਰਾਤ ਲੈ ਕੇ ਲਾਹੌਰ ਆਓ ਤੇ ਸਾਡੀ ਬੱਚੀ ਜੀਤ ਕੌਰ ਨੂੰ ਵਿਆਹ ਕੇ ਲੈ ਆਓ। ਸਤਿਗੁਰੂ ਕਹਿਣ ਲੱਗੇ ਕਿ ਸਾਨੂੰ ਸਤਲੁਜ ਟੱਪਣ ਦਾ ਹੁਕਮ ਨਹੀਂ ਹੈ, ਅਸੀਂ ਇੱਥੇ ਹੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਗੁਰੂ ਕਾ ਲਾਹੌਰ ਵਸਾ ਦਿਆਂਗੇ, ਇੱਥੇ ਲਾਹੌਰ ਬਣਾ ਦਿਆਂਗੇ। ਜਿਹੋ ਜਿਹੀ ਰਚਨਾ ਲਾਹੌਰ ਵਿੱਚ ਤੁਸੀਂ ਰਚੀ ਹੈ, ਉਹੋ ਜਿਹੀ ਰਚਨਾ ਇੱਥੇ ਹੋਵੇਗੀ ਤੇ ਤੁਸੀਂ ਆਪਣਾ ਸਾਰਾ ਪਰਿਵਾਰ ਲੈ ਕੇ, ਲਾਹੌਰ ਦੀਆਂ ਸੰਗਤਾਂ ਲੈ ਕੇ ਸਾਡੇ ਲਾਹੌਰ ਵਿੱਚ ਆ ਜਾਓ। ਕਲਗੀਧਰ ਪਾਤਸ਼ਾਹ ਦੀਆਂ ਸਾਰੀਆਂ ਹੀ ਗੱਲਾਂ ਦੁਨੀਆ ਤੋਂ ਵੱਖਰੀਆਂ ਹਨ, ਨਿਆਰੀਆਂ ਹਨ, ਕੋਈ ਉਹਨਾਂ ਦੀ ਰੀਸ ਨਹੀਂ ਕਰ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਚਨਾ ਰਚ ਦਿੱਤੀ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ, ਗੁਰੂ ਕਾ ਲਾਹੌਰ ਬਣਾ ਦਿੱਤਾ। ਮਾਤਾ ਜੀਤਾ ਜੀ ਦੇ ਪੇਕੇ ਵੀ ਆ ਗਏ। ਲਾਹੌਰ ਦੇ ਜਿੰਨੇ ਦੁਕਾਨਦਾਰ ਸਨ, ਉਹਨਾਂ ਨੂੰ ਸਤਿਗੁਰਾਂ ਦਾ ਹੁਕਮ ਪਹੁੰਚਿਆ ਵੀ ਆਪਣੀਆਂ ਦੁਕਾਨਾਂ ਇੱਥੇ ਹੀ ਲੈ ਆਓ। ਹੁਸ਼ਿਆਰਪੁਰ ਦੇ ਜਿੰਨੇ ਦੁਕਾਨਦਾਰ ਸਨ, ਨੰਗਲ ਦੇ ਜਿੰਨੇ ਦੁਕਾਨਦਾਰ ਸਨ, ਜਿੰਨੇ ਰੋਪੜ ਦੇ ਦੁਕਾਨਦਾਰ ਸਨ,
ਸਰਹੰਦ ਦੇ ਦੁਕਾਨਦਾਰ ਸਨ, ਨਾਲਾਗੜ੍ਹ ਦੇ ਦੁਕਾਨਦਾਰ ਸਨ, ਨੇੜੇ ਤੇੜੇ ਜਿੰਨੇ ਸ਼ਹਿਰ ਹਨ, ਅੰਬਾਲਾ, ਜਲੰਧਰ, ਲੁਧਿਆਣਾ, ਸਾਰੇ ਸ਼ਹਿਰਾਂ 'ਚੋਂ 2-2, 4-4, 10-10 ਦੁਕਾਨਾਂ ਆ ਗਈਆਂ। ਕੋਈ ਕੱਪੜੇ ਦੀ ਦੁਕਾਨ ਲੈ ਆਇਆ, ਕੋਈ ਮਨਿਆਰੀ ਦੀ ਦੁਕਾਨ ਲੈ ਆਇਆ, ਕੋਈ ਸੁਨਿਆਰੇ ਦੀ ਦੁਕਾਨ ਚੁੱਕ ਲਿਆਇਆ, ਤੇ ਕੋਈ ਹੋਰ ਬਾਜ਼ਾਰੀ ਸਮਾਨ, ਕੱਪੜਾ ਲੱਤਾ, ਜੋ ਵੀ ਚਾਹੀਦਾ ਹੁੰਦਾ ਬਾਜ਼ਾਰ ਵਿੱਚ, ਉਸ ਨਵੇਂ ਗੁਰੂ ਕੇ ਲਾਹੌਰ ਵਿੱਚ ਦੁਕਾਨਾਂ ਲਾ ਲਈਆਂ। ਜਿਵੇਂ ਮੇਲਿਆਂ ਤੇ ਆਪਾਂ ਦੇਖਦੇ ਹਾਂ ਨਾ, ਦੁਕਾਨਾਂ ਲੱਗੀਆਂ ਹੁੰਦੀਆਂ, ਏਦਾਂ ਸਾਰਾ ਕੁਝ ਗੁਰੂ ਸਾਹਿਬ ਨੇ ਰਚਨਾ ਰਚੀ। ਇੱਕ ਪਾਸੇ ਸਰਹੰਦ ਵਾਲਿਆਂ ਦੀਆਂ ਦੁਕਾਨਾਂ ਲੱਗੀਆਂ, ਸਰਹੰਦੀ ਬਾਜ਼ਾਰ, ਇੱਕ ਪਾਸੇ ਰੋਪੜ ਵਾਲਿਆਂ ਦੀਆਂ ਦੁਕਾਨਾਂ ਲੱਗੀਆਂ, ਰੋਪੜੀ ਬਾਜ਼ਾਰ, ਇੱਕ ਪਾਸੇ ਹੁਸ਼ਿਆਰਪੁਰੀਆਂ ਦੀਆਂ ਦੁਕਾਨਾਂ ਲੱਗੀਆਂ, ਹੁਸ਼ਿਆਰਪੁਰੀਆਂ ਦਾ ਬਾਜ਼ਾਰ, ਇੱਕ ਪਾਸੇ ਲਾਹੌਰ ਵਾਲਿਆਂ ਦੀਆਂ ਦੁਕਾਨਾਂ ਲੱਗੀਆਂ, ਲਾਹੌਰੀਆਂ ਦਾ ਬਾਜ਼ਾਰ। ਐਸੀ ਰਚਨਾ ਰਚ ਦਿੱਤੀ ਬੜੇ ਸੁੰਦਰ ਢੰਗ ਨਾਲ, ਆਪਣੀ ਭੂਆ ਦੇ 5 ਪੁੱਤਰਾਂ ਨੂੰ ਨਾਲ ਲੈ ਕੇ, ਭਾਈ ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੰਗਾ ਰਾਮ ਤੇ ਗੁਲਾਬ ਰਾਏ। ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਦੋਤਰੇ, 5 ਭਰਾ, ਪਾਂਡਵਾਂ ਵਰਗੇ ਬਲੀ। ਮਹਾਰਾਜ ਨੇ ਉਹਨਾਂ ਨੂੰ ਆਪਣੇ ਪਾਂਡੋ ਕਿਹਾ ਸੀ, ਮੇਰੇ 5 ਪਾਂਡੋ ਨੇ। ਜਿਵੇਂ ਕ੍ਰਿਸ਼ਨ ਭਗਵਾਨ ਜੀ ਦੀ ਭੂਆ ਦੇ ਪੁੱਤਰ ਕੁੰਤੀ ਦੇ 5 ਪੁੱਤਰ ਸਨ ਪਾਂਡੋ, 10ਵੇਂ ਪਾਤਸ਼ਾਹ ਦੀ ਭੂਆ ਦੇ ਪੁੱਤਰ ਵੀ 5 ਹੀ ਪਾਂਡੋ ਤੇ ਮਹਾਬਲੀ, ਬੜੇ ਸੂਰਮੇ। ਤੇ ਪੰਡਿਤ ਗੰਗਾ ਰਾਮ ਜੀ ਗੁਰੂ ਘਰ ਦੇ, ਦਇਆ ਰਾਮ ਜੀ ਪਰੋਤ, ਦੀਵਾਨ ਆਨੰਦ ਚੰਦ ਜੀ, ਮਾਮਾ ਕਿਰਪਾਲ ਚੰਦ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਸੂਰਜਮਲ ਦੇ ਪੋਤਰੇ ਗੁਲਾਬ ਸਿੰਘ ਤੇ ਸ਼ਾਮ ਸਿੰਘ, ਇਹ ਸਾਰੇ ਬਰਾਤੀ ਤਿਆਰ ਬਰ ਤਿਆਰ ਹੋ ਕੇ, ਨਵੇਂ ਬਸਤਰ ਪਹਿਨ ਕੇ, ਘੋੜਿਆਂ ਤੇ ਬਹਿ ਕੇ, ਕਲਗੀਧਰ ਪਾਤਸ਼ਾਹ ਦੇ ਬਰਾਤੀ ਬਣ ਕੇ ਗੁਰੂ ਕੇ ਲਾਹੌਰ ਪਹੁੰਚੇ। ਗੁਰਦੁਆਰਾ ਸੇਹਰਾ ਸਾਹਿਬ ਉੱਥੇ ਗੁਰੂ ਸਾਹਿਬ ਜੀ ਦੇ ਵਿਆਹ ਦੀ ਯਾਦਗਾਰ ਵਿੱਚ ਮੌਜੂਦ ਹੈ, ਜਿੱਥੋਂ ਪਾਤਸ਼ਾਹ ਤਿਆਰ ਹੋ ਕੇ ਗੁਰੂ ਕੇ ਲਾਹੌਰ ਟੁਕਾ ਕੀਤਾ। ਜਿਵ ਜੀਤ ਗੌਰ ਤਨ ਰੂਰਾ, ਤਿਵ ਦੂਲੋ ਬਨ ਗੁਰ ਪੂਰਾ। ਜਿਵੇਂ ਮਾਤਾ ਜੀ ਸੁੰਦਰ ਸਨ ਨਾ, ਮਾਤਾ ਜੀਤਾ ਜੀ, ਏਦਾਂ ਮੇਰੇ ਸਤਿਗੁਰੂ ਵੀ ਉਦੋਂ ਉਮਰ ਸਾਰੀ 12-13 ਸਾਲ ਦੀ ਸੀ। ਉਹਨਾਂ ਦਿਨਾਂ 'ਚ ਵਿਆਹ ਜਰਾ ਛੇਤੀ ਹੋ ਜਾਂਦੇ ਸਨ। ਬੜੇ ਸੁੰਦਰ ਸਰੂਪ ਪਾਤਸ਼ਾਹ, ਕਲਗੀਆਂ ਵਾਲੇ ਤੇ ਗੁਰੂ ਕੇ ਲਾਹੌਰ ਵਿਆਹ ਹੋਇਆ। ਜਦੋਂ ਸਤਿਗੁਰਾਂ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ, ਸਾਰੀਆਂ ਸੰਗਤਾਂ ਨੇ ਬੜੀ ਖੁਸ਼ੀ ਮਨਾਈ। ਹਜ਼ਾਰਾਂ ਸੰਗਤਾਂ ਵਿਆਹ 'ਚ ਸ਼ਾਮਲ ਹੋਈਆਂ ਸੀ। ਮਸੰਦ ਸੰਗਤਾਂ ਨੂੰ ਲੈ ਕੇ ਆਏ ਸਨ। ਬੜਾ ਪਿਆਰ, ਕੀਰਤਨ, ਭਜਨ, ਬਾਣੀ, ਨਾਮ, ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ ਸੀ। ਵਿਆਹ ਤੋਂ ਅਗਲੇ ਦਿਨ ਸਤਿਗੁਰੂ ਘੋੜੇ ਤੇ ਚੜ੍ਹ ਕੇ ਸੈਰ ਕਰਨ ਨੂੰ, ਸ਼ਿਕਾਰ ਕਰਨ ਨੂੰ ਚੱਲੇ ਤੇ ਧੋਬੀ ਆ ਗਿਆ। ਘੋੜੇ ਤੇ ਬੈਠੇ ਹੀ ਸਨ, ਅਜੇ ਪਾਤਸ਼ਾਹ ਚੱਲਣ ਲੱਗੇ ਸੀ। ਧੋਬੀ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਤੇ ਬਰਾਤੀਆਂ ਦੇ ਕੱਪੜੇ ਧੋਣ ਵਾਲੇ ਬਹੁਤ ਪਏ ਹਨ, ਪਾਣੀ ਇੱਥੇ ਹੈ ਕੋਈ ਨਹੀਂ, ਪਾਣੀ ਤੋਂ ਬਿਨਾਂ ਮਹਾਰਾਜ ਬਸਤਰ ਕਿਵੇਂ ਧੋਈਏ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਧੋਬੀ ਦੀ ਬੇਨਤੀ ਸੁਣ ਕੇ ਸੰਗੋ ਸ਼ਾਹ ਦੇ ਹੱਥ ਬੜਾ ਭਾਰੀ ਜੰਗੀ ਬਰਛਾ ਸੀ, ਕਰਪਾ ਬਰਛਾ, ਉਹ ਬਰਛਾ ਫੜ ਲਿਆ ਤੇ ਜ਼ੋਰ ਨਾਲ ਪਹਾੜ ਦੇ ਵਿੱਚ ਮਾਰਿਆ ਪੱਥਰ ਦੇ। ਉਹ ਗਿੱਠ 1.5 ਗਿੱਠ ਵਿੱਚ ਧਸ ਗਿਆ ਪੱਥਰ ਦੇ, ਇੰਨੇ ਜ਼ੋਰ ਨਾਲ ਮਾਰਿਆ। ਤੇ ਸਤਿਗੁਰੂ ਕਹਿੰਦੇ, ਭਰਾ ਜੀ ਸੰਗੋ ਸ਼ਾਹ ਨੂੰ, ਆ ਬਰਛਾ ਪਟੋ। ਸੰਗੋ ਸ਼ਾਹ ਬੜਾ ਜਵਾਨ ਸੀ, ਬੜਾ ਬਲੀ ਸੀ। ਉਹ ਬਰਛਾ ਪੁੱਟਣ ਲੱਗਾ, ਜ਼ੋਰ ਲਾ ਲਿਆ ਪੂਰਾ, ਪਰ ਬਰਛਾ ਭਾਈ ਸੰਗੋ ਸ਼ਾਹ ਕੋਲੋਂ ਪੁੱਟਿਆ ਨਹੀਂ ਗਿਆ। ਘੋੜੇ ਤੇ ਚੜਿਆ 10ਵੇਂ ਪਾਤਸ਼ਾਹ ਨੇ ਬਰਛਾ ਪੁੱਟ ਦਿੱਤਾ। ਜਦੋਂ ਬਰਛਾ ਪੁੱਟਿਆ ਤੇ ਉੱਥੋਂ ਪਾਣੀ ਦੀ ਬੰਬ, ਚਸ਼ਮਾ, ਸੋਮਾ ਫੁੱਟਿਆ। ਜਦੋਂ ਪਾਣੀ ਦੀ ਬੰਬ ਨਿਕਲੀ, ਸੰਗਤਾਂ ਤੇ ਗੁਰੂ ਕੇ ਸਿੱਖ ਵੇਖ ਕੇ ਬੜੇ ਨਿਹਾਲ ਹੋ ਗਏ।
ਪਰ ਭਾਈ ਸੰਗੋ ਸ਼ਾਹ ਦੇ ਮਨ 'ਚ ਖਿਆਲ ਆ ਗਿਆ, ਜੇ ਮੈਂ ਕਿਤੇ ਥੱਲੇ ਉਤਰ ਕੇ ਘੋੜੇ ਤੋਂ ਜ਼ੋਰ ਲਾਉਂਦਾ ਨਾ ਫਿਰ ਮੈਂ ਪੁੱਟ ਲੈਣਾ ਸੀਗਾ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਨੇ ਫਿਰ ਉਹਦੇ ਨਾਲ ਹੀ ਜ਼ੋਰ ਨਾਲ ਫਿਰ ਮਾਰ ਦਿੱਤਾ ਬਰਛਾ। ਉਹ ਬਰਛਾ ਧਸ ਗਿਆ ਤੇ ਸਤਿਗੁਰੂ ਕਹਿੰਦੇ ਭਰਾ ਜੀ ਘੋੜੇ ਤੋਂ ਥੱਲੇ ਉਤਰ ਕੇ ਜਰਾ ਬਰਛਾ ਪੁੱਟ ਕੇ ਵੇਖੋ। ਭਾਈ ਸੰਗੋ ਸ਼ਾਹ ਜੀ ਉਤਰੇ ਥੱਲੇ, ਦੋਵਾਂ ਹੱਥਾਂ ਨਾਲ ਬਰਛੇ ਨੂੰ ਜ਼ੋਰ ਲਾ ਕੇ, ਬੜੇ ਜਵਾਨ ਸਨ। ਭਾਈ ਸੰਗੋ ਸ਼ਾਹ ਭਗਾਣੀ ਦੇ ਜੰਗ 'ਚ ਸ਼ਹੀਦੀ ਪਾਈ ਹੈ, ਗੁਰੂ ਸਾਹਿਬ ਦੀ ਭੂਆ ਦੇ ਵੱਡੇ ਪੁੱਤਰ। ਉਹ 6ਵੇਂ ਪਾਤਸ਼ਾਹ ਦਾ ਟਾਈਮ ਵੇਖਿਆ ਸੀ ਉਹਨਾਂ ਨੇ, ਬੜੇ ਜੰਗੀ ਜਰਨੈਲ ਸਨ, ਫੌਜਾਂ ਦੇ ਵਿੱਚ ਵੀ ਉਹ ਸਾਰੇ ਤਜਰਬੇ ਜੰਗ ਦੇ ਜਾਣਦੇ ਸਨ। ਪਰ ਬਰਛਾ ਨਹੀਂ ਪੁੱਟਿਆ ਗਿਆ, ਪੈਰਾਂ ਦਾ ਵੀ ਜ਼ੋਰ ਲਾ ਲਿਆ, ਸਾਰੇ ਸਰੀਰ ਦਾ। ਕਲਗੀਧਰ ਜੀ ਘੋੜੇ ਤੇ ਚੜਿਆ ਚੜਿਆ ਖੱਬੇ ਹੱਥ ਨਾਲ ਬਰਛਾ ਪੁੱਟ ਦਿੱਤਾ, ਪਾਣੀ ਦੀ ਬੰਬ ਨਿਕਲੀ। ਛੋਟਾ ਭਰਾ ਜੀਤਮਲ ਕੋਲ ਖੜਾ ਸੀ। ਭਾਈ ਜੀਤਮਲ ਜੀ ਨੂੰ ਖਿਆਲ ਆ ਗਿਆ, ਜੇ ਕਿਤੇ ਭਰਾ ਜੀ ਦੀ ਜਗ੍ਹਾ ਤੇ ਮੈਂ ਹੁੰਦਾ ਮੈਂ ਪੁੱਟ ਲੈਂਦਾ। ਪਾਤਸ਼ਾਹ ਨੇ ਫਿਰ ਤੀਜੀ ਵਾਰ ਮਾਰਿਆ ਪਹਾੜ ਦੇ ਵਿੱਚ ਬਰਛਾ। ਕਹਿੰਦੇ ਭਰਾ ਜੀਤਮਲ ਜੀ ਤੁਸੀਂ ਕਰਾ ਪੱਟ ਕੇ ਵੇਖੋ। ਮਨ ਦਾ ਫੁਰਨਾ ਜਾਣੇ ਉਹੀ ਤਾਂ ਗੁਰੂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਘਟ ਘਟ ਕੇ ਅੰਦਰ ਕੀ ਜਾਣਦਾ। ਅੱਜ ਕੱਲ ਕਈਆਂ ਨੂੰ ਏਦਾਂ ਲੱਗਦਾ ਹੈ ਵੀ ਸਤਿਗੁਰੂ ਵਿੱਚ ਤੇ ਸਾਡੇ 'ਚ ਕੀ ਫਰਕ ਹੈ। ਕੋਈ ਫਰਕ ਨਹੀਂ। 2 ਅੱਖਾਂ ਗੁਰੂ ਦੀਆਂ, 2 ਸਾਡੀਆਂ, 2 ਹੱਥ ਗੁਰੂ ਦੇ, 2 ਸਾਡੇ, 32 ਦੰਦ ਸਾਡੇ, 32 ਗੁਰੂ ਦੇ। ਸਰੀਰ ਸਾਡੇ ਵਰਗਾ ਹੀ ਹੈ, ਪਰ ਸਾਡੇ ਵਿੱਚ ਕਿਸੇ ਦੇ ਅੰਦਰ ਦੀ ਗੱਲ ਬੁੱਝ ਲੈਣੀ, ਕਿਸੇ ਦੇ ਦੁੱਖ ਨੂੰ ਦੂਰ ਕਰ ਦੇਣ ਦੀ ਸ਼ਕਤੀ ਨਹੀਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੀ ਖੇਡ ਜਿਹੜੀ ਆ ਉਹ ਸਾਨੂੰ ਸਮਝ ਵੀ ਨਹੀਂ ਆ ਸਕਦੀ, ਕਿਉਂਕਿ ਸਾਡੇ ਕੋਲ ਹੈ ਨਹੀਂ, ਉਹ ਸਾਡੇ ਕੋਲ ਉਹ ਗੱਲ ਹੀ ਨਹੀਂ ਹੈ। ਇਸ ਕਰਕੇ ਅਸੀਂ ਗੁਰੂ ਨੂੰ ਨਹੀਂ ਸਮਝ ਸਕਦੇ। ਗੁਰ ਕੀ ਵਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ। ਉਹ ਆਦ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ। ਉਹਨੇ ਸਾਡੇ ਵਰਗਾ ਰੂਪ ਬਣਾਇਆ ਸਾਨੂੰ ਤਾਰਨ ਵਾਸਤੇ। ਵੈਸੇ ਗੁਰੂ ਸਾਡੇ ਵਰਗਾ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਸਾਡੇ ਸਰੀਰ 'ਚ ਗੰਦਗੀ ਨਿਕਲਦੀ ਹੈ, ਅੱਖਾਂ 'ਚੋਂ, ਕੰਨਾਂ 'ਚੋਂ, ਨੱਕਾਂ 'ਚੋਂ, ਹੱਡੀਆਂ ਦਾ ਮਾਸ ਦਾ ਸਾਡਾ ਪੁਤਲਾ ਹੈ। ਇਸੇ ਨੂੰ ਅਸੀਂ ਆਪਣਾ ਸਰੀਰ ਮੰਨੀ ਬੈਠੇ ਹਾਂ। ਗੁਰੂ ਨੇ ਇਸ ਤੋਂ ਵੱਖਰੀ ਖੇਡ ਨੂੰ ਸਮਝਿਆ ਹੋਇਆ ਹੈ। ਬਸ ਗੁਰੂ ਉਹ ਹੈ, ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਾਨੂੰ ਦਰਸ਼ਨ ਦੇਣ ਲਈ ਸਾਡੇ ਵਰਗਾ ਮਨੁੱਖੀ ਜਾਮਾ ਧਾਰਨ ਕਰਕੇ ਆਏ ਹੋਏ ਗੁਰੂ ਸਾਡੇ ਵਰਗੇ ਨਹੀਂ ਹਨ। ਆਖੋ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਸਤਿਗੁਰੂ ਕਲਗੀਧਰ ਪੁੱਜ ਕੇ ਕਹਿੰਦੇ ਜੀਤਮਲ ਭਰਾ ਜੀ ਜਰਾ ਤੁਸੀਂ ਜ਼ੋਰ ਲਾਓ। ਭਾਈ ਜੀਤਮਲ ਜੀ ਦੋਵਾਂ ਹੱਥਾਂ ਦੇ ਨਾਲ ਜ਼ਮੀਨ ਤੇ ਜ਼ੋਰ ਲਾ ਲਾ ਕੇ ਬਰਛਾ ਪੁੱਟਣ ਦੀ ਕੋਸ਼ਿਸ਼ ਕੀਤੀ, 1 ਇੰਚ ਭਰ ਵੀ ਬਾਹਰ ਨਹੀਂ ਕੱਢ ਸਕੇ। ਫਿਰ ਸਤਿਗੁਰੂ ਜੀ ਨੇ ਤੀਜੀ ਵਾਰ ਬਰਛਾ ਫੜਿਆ ਤੇ ਝਟਕਾ ਦੇ ਕੇ ਉਹ ਵੀ ਪੁੱਟ ਦਿੱਤਾ। ਜਦੋਂ ਉਹ ਪੁੱਟਿਆ ਤੇ ਉਹਦੇ ਵਿੱਚੋਂ ਤੀਸਰੀ ਬੰਬ ਪਾਣੀ ਦੀ ਪ੍ਰਗਟ ਹੋਈ। ਸਤਿਗੁਰੂ ਕਹਿੰਦੇ ਆ ਲਓ ਗੰਗਾ ਜਮਨਾ ਸਰਸਵਤੀ ਤਿੰਨੇ ਹੀ ਨਦੀਆਂ ਪ੍ਰਗਟ ਕਰਤੀਆਂ ਇੱਥੇ। ਇਹ ਗੁਰੂ ਕੀ ਤਰਵੇੜੀ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਜੋ ਆਪਣੇ ਵਿਆਹ ਤੇ ਕੌਤਕ ਕੀਤੇ, ਅੱਜ ਸੰਗਤਾਂ ਉੱਥੇ ਗੁਰੂ ਕੇ ਲਾਹੌਰ 'ਚ ਜਾ ਕੇ ਉਹਨਾਂ ਦੇ ਦਰਸ਼ਨ ਕਰਦੀਆਂ ਨੇ, ਯਾਦ ਕਰਦੀਆਂ ਨੇ। ਇਹ ਜੋ ਗੁਰਸਥਾਨ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਜੀ ਹੈ, ਇੱਥੇ ਸਤਿਗੁਰੂ ਜੀ ਨੇ ਬਸੰਤ ਪੰਚਮੀ ਵਾਲੇ ਦਿਨ ਚਰਨ ਪਾਏ ਨੇ। ਇਸ ਕਰਕੇ ਸੰਗਤਾਂ ਇੱਥੇ ਵੀ ਸਾਰੇ ਦੁੱਖਾਂ ਦੀ ਨਿਰਵਿਰਤੀ ਵਾਸਤੇ ਆਉਂਦੀਆਂ ਨੇ, ਕਿਉਂਕਿ ਸੰਸਾਰ ਦੇ ਵਿੱਚ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰੂ ਪਾਤਸ਼ਾਹ ਤੋਂ ਬਿਨਾਂ ਬਾਕੀ ਸਾਰਾ ਸੰਸਾਰ ਰੋਗੀ ਹੈ
ਤੇ ਸਤਿਗੁਰੂ ਰੋਗੀਆਂ ਦਾ ਦਾਰੂ ਲੈ ਕੇ ਆਏ ਨੇ। ਨਾਮ ਸਤਨਾਮ ਸ੍ਰੀ ਵਾਹਿਗੁਰੂ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਉਹ ਸਤਿਗੁਰੂ ਪਾਤਸ਼ਾਹ ਕੋਲੋਂ ਅਸੀਂ ਦਾਤਾਂ ਲੈਣ ਵਾਸਤੇ, ਸੁੱਖਾਂ ਦੀਆਂ ਦਾਤਾਂ ਲੈਣ ਵਾਸਤੇ ਤੇ ਦੁੱਖਾਂ ਦੀ ਨਿਰਵਿਰਤੀ ਲਈ ਆਏ ਹਾਂ। ਬੜੀ ਦੂਰੋਂ ਦੂਰੋਂ ਸੰਗਤਾਂ, ਕੋਈ ਦਿੱਲੀ ਤੋਂ ਆਇਆ ਹੈ, ਕੋਈ ਬਾਹਰਲੇ ਮੁਲਕਾਂ ਤੋਂ ਵੀ। ਇੱਦਾਂ ਵੀ ਉਹ ਵੀ ਪ੍ਰੇਮੀ ਸਿੱਖ ਕਹਿੰਦੇ ਵੀ ਬਸੰਤ ਪੰਚਮੀ ਦਾ ਇਸ਼ਨਾਨ ਜਾ ਕੇ ਕਰੀਏ। ਇੰਨੀ ਭਾਵਨਾ ਸੰਗਤ ਦੀ ਹੈ। ਗੁਰੂ ਮਹਾਰਾਜ ਦੇ ਪਿਆਰ ਵਾਲੇ ਇੱਥੇ ਆਏ ਨੇ। ਸਾਰੇ ਦੇਸ਼ਾਂ ਵਿਦੇਸ਼ਾਂ ਤੋਂ, ਦੂਰ ਦੁਰਾਡਿਆਂ ਤੋਂ, ਨਗਰਾਂ ਤੋਂ, ਪਿੰਡਾਂ ਤੋਂ, ਸ਼ਹਿਰਾਂ ਤੋਂ ਸੰਗਤ ਆਈ ਹੈ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਕਮਾਈ ਨੂੰ ਨਮਸਕਾਰ ਹੈ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਜਿੱਥੇ ਬਸੰਤ ਪੰਚਮੀ ਨੂੰ ਕਲਗੀਧਰ ਪਾਤਸ਼ਾਹ ਦੇ ਵਿਆਹ ਦੇ ਜੋੜ ਮੇਲੇ ਮਨਾਏ ਜਾਂਦੇ ਹੈ, ਸਤਿਗੁਰਾਂ ਦੇ ਇਸ ਸਥਾਨ ਤੇ ਆਮਦ ਦੇ ਦਿਹਾੜੇ ਮਨਾਏ ਜਾਂਦੇ ਹੈ, ਉੱਥੇ ਬਸੰਤ ਪੰਚਮੀ ਵਾਲੇ ਦਿਨ ਜ਼ਕਰੀਆ ਖਾਨ ਜ਼ਾਲਮ ਦੇ ਦੁਆਰਾ ਸ਼ਹੀਦ ਕੀਤੇ ਭਾਈ ਹਕੀਕਤ ਰਾਏ ਜੀ ਨੂੰ ਵੀ ਯਾਦ ਕੀਤਾ ਜਾਂਦਾ। ਬਟਾਲਾ ਨਿਵਾਸੀ ਇਹ ਗੁਰਸਿੱਖ ਬੱਚਾ ਸੀ, ਸਹਿਜਧਾਰੀ ਗੁਰਸਿੱਖ। ਇਹਦੇ ਸਹੁਰੇ ਜਿਹੜੇ ਸਨ ਉਹ ਖਾਲਸਾ ਭਾਈ ਹਰਕ੍ਰਿਸ਼ਨ ਸਿੰਘ ਜੀ ਸਨ, ਅੰਮ੍ਰਿਤਧਾਰੀ ਸਿੰਘ ਸਨ। ਤੇ ਇਹ ਜਿਹੜਾ ਪਰਿਵਾਰ ਗੁਰੂ ਘਰ ਨੂੰ ਮੰਨਣ ਵਾਲਾ ਸੀ। ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ, ਗੁਰੂ ਘਰ ਜਾ ਕੇ ਮੱਥਾ ਟੇਕਣਾ, ਸਾਧ ਸੰਤ ਪੁਰਸ਼ਾਂ ਦੀ ਸੰਗਤ ਕਰਨੀ, ਇਸ ਬੱਚੇ ਦੇ ਕੁਦਰਤੀ ਸੁਭਾਅ ਵਿੱਚ ਸੀਗਾ। ਤਾਂ ਜਦੋਂ ਬਾਣੀ ਪੜ੍ਹਦਾ ਸੀ, ਸੰਗਤ ਕਰਦਾ ਸੀ, ਤੇ ਮਨ 'ਚ ਦ੍ਰਿੜਤਾ ਤਾਂ ਹੋ ਹੀ ਜਾਂਦੀ ਹੈ ਨਾ। ਜਿਹੜਾ ਬਾਣੀ ਪੜ੍ਹੇਗਾ, ਨਾਮ ਜਪੇਗਾ, ਉਹ ਦਲੇਰ ਵੀ ਹੋਵੇਗਾ। ਜਿਹਦੇ ਅੰਦਰ ਬਾਣੀ ਹੈ ਉਹਦੇ ਅੰਦਰ ਨਿਰਭੈਤਾ ਵੀ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਉਹ ਮਦਰਸੇ ਵਿੱਚ ਪੜ੍ਹਨ ਪਾ ਦਿੱਤਾ। ਘਰ ਜਰਾ ਚੰਗਾ ਖਾਂਦਾ ਪੀਂਦਾ ਸੀ, ਰੱਜੇ ਪੁੱਜੇ ਸਨ, ਅਮੀਰ ਲੋਕ ਸਨ। ਇਸ ਕਰਕੇ ਉਹਨਾਂ ਦਿਨਾਂ ਵਿੱਚ ਜਿਹੜੇ ਪੜ੍ਹੇ ਲਿਖੇ ਅਮੀਰ ਘਰਾਂ ਦੇ ਬੱਚੇ ਸਨ, ਉਹ ਵੱਡੇ ਕਾਲਜਾਂ ਵਿੱਚ ਪੜ੍ਹ, ਅੱਜ ਕੱਲ੍ਹ ਕਾਲਜ ਕਹਿੰਦੇ ਨੇ, ਪਹਿਲਾਂ ਮਦਰਸਾ ਕਹਿੰਦੇ ਸੀ ਮੁਸਲਮਾਨਾਂ ਦਾ। ਮਦਰਸੇ ਵਿੱਚ ਕਾਜੀ ਮੁੱਲਾ ਕੋਲੋਂ ਪੜ੍ਹਾਈ ਕਰਦਾ ਸੀ, ਵੱਡੀਆਂ ਕਿਤਾਬਾਂ ਦੀ। ਉਮਰ ਵੀ 16-17 ਸਾਲ ਦੀ ਹੋ ਗਈ ਸੀ ਤੇ ਵਿਆਹਿਆ ਹੋਇਆ ਸੀ। ਸਾਲ 6 ਮਹੀਨੇ ਹੀ ਅਜੇ ਆਨੰਦ ਕਾਰਜ ਹੋਏ ਨੂੰ ਹੋਏ ਸਨ। ਪੜ੍ਹਦਾ ਸੀ, ਨਾਲ ਮੁਸਲਮਾਨ ਬੱਚੇ ਵੀ ਪੜ੍ਹਦੇ ਸਨ। ਇਨਸਾਨ ਦੇ ਵਿੱਚ ਸਾਧ ਸੰਗਤ ਦੀ ਇੱਕ ਕਮਜ਼ੋਰੀ ਹੈ। ਉਹ ਇਹ ਨਹੀਂ ਕਹਾਂਗਾ ਵੀ ਇੱਕ ਧਰਮ ਦੇ ਬੰਦਿਆਂ ਵਿੱਚ ਹੈ, ਸਾਰਿਆਂ ਵਿੱਚ ਹੀ। ਉਹ ਕੀ ਹੈ ਵੀ ਆਪਣੇ ਧਰਮ ਨੂੰ ਤੇ ਵੱਡਾ ਸਮਝਣਾ ਤੇ ਦੂਜੇ ਦੀ ਨਿਰਾਦਰੀ ਕਰਨੀ, ਇਹ ਕਮਜ਼ੋਰੀ ਹੈ। ਜਿਹੜਾ ਆਪਣੇ ਧਰਮ ਨੂੰ ਵੱਡਾ ਸਮਝਦਾ ਤੇ ਦੂਜੇ ਨੂੰ ਮਾੜਾ ਕਹਿੰਦਾ, ਉਸ ਬੰਦੇ ਨੂੰ ਧਰਮ ਦੀ ਸੋਝੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਿਆ, ਆਪਣਾ ਧਰਮ ਪਹਾੜ ਤੁਲ, ਦੂਜੇ ਦਾ ਹੋਵੇ ਰਾਈ ਤੁਲ। ਆਪਣਾ ਧਰਮ ਪਹਾੜ ਵਰਗਾ ਵੱਡਾ ਹੋਵੇ, ਦੂਸਰੇ ਦਾ ਰਾਈ ਵਰਗਾ ਛੋਟਾ ਵੀ ਹੋਵੇ, ਤਾਂ ਵੀ ਉਹਦੀ ਨਿੰਦਾ ਨਾ ਕਰੋ, ਉਹਨੂੰ ਮਾੜਾ ਨਾ, ਉਹਦਾ ਦਿਲ ਨਾ ਦੁਖਾਓ। ਪਰ ਉਹ ਲੜਕੇ ਮੁਤੱਸਬ ਵਿੱਚ ਆ ਗਏ, ਜਾਣ ਬੁੱਝ ਕੇ ਭਾਈ ਹਕੀਕਤ ਰਾਏ ਨੂੰ ਸੁਣਾ ਕੇ ਉਹਨਾਂ ਨੇ ਦੇਵੀ ਮਾਤਾ ਦਾ ਨਾਮ ਲੈ ਕੇ ਗਾਲਾਂ ਕੱਢੀਆਂ। ਉਹਨੇ ਆਖਿਆ ਵੀ ਭਾਈ, ਭਾਵੇਂ ਸਾਡੀ ਮਾਤਾ ਹੈ, ਦੇਵੀ ਹੈ, ਤੁਹਾਡੀ ਹੈ, ਕੋਈ ਹੈ ਜਾਂ ਨਹੀਂ ਹੈ, ਪਰ ਤੁਸੀਂ ਇਹ ਮਾੜੇ ਬਚਨ ਨਾ ਬੋਲੋ, ਕਿਉਂਕਿ ਇਹ ਤਾਂ ਆਸਥਾ ਤੇ ਸ਼ਰਧਾ ਦੀਆਂ ਗੱਲਾਂ ਨੇ, ਵਿਸ਼ਵਾਸ ਦੀਆਂ ਗੱਲਾਂ ਨੇ। ਤੁਸੀਂ ਨਾ ਬੋਲੋ। ਜਦੋਂ ਨਹੀਂ ਹਟੇ, ਇੱਕ ਵਾਰੀ, 2 ਵਾਰੀ, ਰੋਜ਼ ਹੀ ਇਹ ਕੰਮ ਹੋ ਗਿਆ। ਉਹਨੇ ਵੀ ਅੱਗੋਂ ਕਹਿਤਾ ਵੀ ਜੇ ਤੁਹਾਡੇ ਪੀਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਬੇਟੀ ਬੀਬੀ ਫਾਤਮਾ ਬਾਰੇ ਕੋਈ ਮਾੜਾ ਬੋਲੇ, ਤੁਹਾਨੂੰ ਦੁੱਖ ਨਹੀਂ ਲੱਗੇਗਾ? ਜੇ ਸਾਡੇ ਤੁਸੀਂ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ ਮਾੜਾ ਕਹਿੰਦੇ ਹੋ, ਅਸੀਂ ਬੋਲ ਦਈਏ, ਫਿਰ ਤੁਹਾਨੂੰ ਕੀ? ਬਸ ਜਿਸ ਕਾ ਰਾਜ ਤਿਸੈ ਕਾ ਸੁਪਨਾ। ਹਕੂਮਤ ਸੀ ਉਹਨਾਂ ਦੀ,
जाके झूठी शिकायत लाती भी ये बीबी फातिमा नूं गालां कढ़दा। हालांकि गाल नहीं कढ़ी उन्हें तो समझाया सी भी देखो जे तुसी साडे बजुर्गां नूं माड़ा कहंदे हो, जे तुहाडे बजुर्गां नूं कोई माड़ा कहे तुहानूं चंगा लगेगा? बस झूठा केस बना के लाहौर तक लै गए। कोई सुनता नहीं सी। हुक्म देता जां तां मुसलमान बन जा जां कतल होने लई तैयार हो जा। श्री जपजी साहब का नितनेमी गुरबाणी का प्रेमी किथे डोल सकता सी। कहन लगा सिर जावे तो जावे, मेरा सिखी सिदक ना जावे। लाहौर के नखास चौक विच बसंत पंचमी वाले दिन उस नौजवान नूं खड़ा करके धौण दे तलवार का वार किया। श्री जपजी साहब का पाठ करदे जिन्नी नाम ते आया गए मसकत काल, नानक ते मुख उजले केती छुट्टी नाल। वो अपना धर्म निभा गया, सीस देता पर अपना धर्म नहीं छड्डिया। वो भाई हकीकत राय जी अज वाले दिन शहीद होए, उन्होंने भी नमस्कार है। सो आओ गुरु की बाणी की कथा सरवण करिए। साहब श्री गुरु नानक देव सच्चे पातशाह गरीब नवाज जी आद निरंजन है गुरु नानक। परमेश्वर अकाल पुरख ने दुनिया की पुकार सुन के साडे विच अवतार धार के सानू दर्शन दिते हैं। ते गुरु नानक देव जी जो बोले हैं वो निरंकार ही बोलिया है। धुर की बाणी आई तिन सगली चिंत मिटाई, जैसी मैं आवे खसम की बाणी तैसड़ा करी ज्ञान वे लालो। जो धुर तो आई है बाणी वो बाबा नानक बोल रहे ने। आओ पातशाह के चरणों च सुरती जोड़िए। अज का श्री मुखवाग हुक्मनामा पहले पातशाह जी की रसना तो उच्चारण होया है। सतगुरु पहले पातशाह जी की बाणी सरवण करिए, हुक्मनामे साहब की कथा सुनिए। प्यार नाल आखिए सतनाम श्री वाहेगुरु साहिब जी, सतनाम श्री वाहेगुरु साहिब जी। सूही महला पहला। सूही राग दे विच पहले पातशाह महाराज सतगुरु नानक देव जी उच्चारण करते हैं। भांडा हछा सोई जो तिस भावसी। महाराज साहब जी फरमान कहते भांडा अच्छा सोए। अपने आप नूं ते हर कोई अच्छा बनिया फिरदा है। अपने आप कोई भी अपने आप नूं माड़ा नहीं समझदा। घाट ना किन ही कहाया, घट नहीं कोई, घाट ना किन ही कहाया, सब कहते हैं पाया। किसी भी पूछ लो, पापी तो पापी बंदा भी अपने आप नूं सही साबित करेगा मैं ठीक हाँ। सबको पूरा आपो होवे, घट ना कोई आखै, घट नहीं कोई कहता। पर मारे कहते पत परवाना पिछे पाइए तो नानक तोलिया जापै। उदा तो गल्लां बातां नाल ते सारे सवा शेर ने, पर जदों तोलना तोल के पता लगेगा ना भी किन्नियां रत्तियां घट ने, किन्ने मासे घट ने, किन्ने ग्राम घट ने, किन्नियां स्टाकियां घट ने, किन्नियां वध ने। तोल के पता लगेगा ना। पत परवाना पिछे पाई है। जदों वो बराबर वट्टे पाओगे तोलोगे तो नानक तोलिया जापै। अपने आप विच मियाँ मिठू बनने नाल कुछ नहीं होना। गुरु की निगाह विच प्रवान हुंदा ते प्रवान हुंदा। आखो श्री वाहिगुरू। दुनिया की निगाह विच आपां सारे ही प्रवान हो जाते हैं। कई बारी सत्कारयोग ज्ञानी संत सिंह जी मशकीन जी ने भी कथा की है। पुराने विद्वानों ने लिखा भी है कि ऐसा हुंदा भी दुनिया विच बंदा चंगा हुंदा, गुरु की निगाह विच जीरो हुंदा। दुनिया की निगाह विच माड़ा हुंदा, गुरु की निगाह च हीरो हुंदा। ये भी हुंदा। दुनिया कहती है की है, ये तो कमला है, ये शदाई है, ये पागल है, ये पापी है, ये जुआरी है, ये शराबी है। ते ओदी अंदरली खेड़
ਉਹ ਗੁਰੂ ਜਾਣਦਾ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਿਸੇ ਨੂੰ ਬਾਹਰੋਂ ਵੇਖ ਕੇ ਚੰਗਾ ਜਾਂ ਬਾਹਰੋਂ ਵੇਖ ਕੇ ਮਾੜਾ ਮੰਨ ਲੈਣਾ ਬਾਹਰ ਮੁਖੀ ਦ੍ਰਿਸ਼ਟੀ ਹੈ, ਅੰਦਰੀ ਵੀ ਦ੍ਰਿਸ਼ਟੀ ਨਹੀਂ ਹੈ। ਅੰਦਰਲੀ ਗੱਲ ਗੁਰੂ ਨੂੰ ਪਤਾ ਹੈ। ਅੰਦਰ ਕੀ ਗੱਲ ਤੁਝ ਪੈ ਸਾਰੀ ਗੁਰੂ ਨੂੰ ਪਤਾ ਹੈ। तो महाराज साहब जी बचन कर रहे, भांडा अच्छा सोए। भांडा मैंने बर्तन, इत्थे भांडा बर्तन किहनू कहा भला? साडे अंतशकरण नूं, साडा अंतःकरण जिहड़ा मन, बुद्धि, चेता ते हंकार, चार चीज़ां मिल के साडा अंतशकरण बनिया होया। मन वो शक्ति है जिहड़ी फुरने करदी है। ख्याल आउंदे ना, हुण आपां नूं ख्याल ही आया ना भी चलो अज बसंत पंचमी है गुरुद्वारे चलीए, चंगा ख्याल आपां नूं इत्थे ले आया। ये फुरना है, ये मन की शक्ति है। मन साडा गुरु भी है। श्री कलगीधर पातशाह कहते मनुआ गुर मुर मनसा माई, जिन मोको सब क्रिया पढ़ाई। जिहदा गुरु मन बन जावे, ਉਹਨੂੰ ਚੰਗੇ ਪਾਸੇ ਲੈ ਜਾਵੇ ਤੇ ਬੰਦਾ ਸੱਚਖੰਡ ਪਹੁੰਚ ਗਿਆ। ਤੇ ਜਿਹਦਾ ਮਨ ਉਹਨੂੰ ਪੁੱਠੇ ਪਾਸੇ ਲੈ ਜਾਵੇ, ਉਹ ਨਰਕਾਂ ਵਿੱਚ ਚਲਾ ਗਿਆ। ਇਸ ਕਰਕੇ ਮਨ ਬੜੀ ਵੱਡੀ ਤਾਕਤ ਸਾਡੇ ਕੋਲ। ਮਨ ਤੋਂ ਬਿਨਾਂ ਵੀ ਪ੍ਰਮਾਤਮਾ ਨਹੀਂ ਮਿਲਣਾ, ਤੇ ਮਨ ਦੇ ਮਗਰ ਲੱਗ ਕੇ ਵੀ ਪ੍ਰਮਾਤਮਾ ਨਹੀਂ ਮਿਲਣਾ। ਬੜੀ ਪੇਚੀਦਾ ਖੇਡ ਹੈ, बड़ा गंभीर मसला है। मन तो बिना भी तुसी भगती नहीं कर सकते। मन च ख्याल आया ना भी चलो कथा सुनिए, तुसी बैठे हो, जे मन ख्याल ना आउंदा चलो अजे ठंड है रजाई च पे रहने घड़ी आराम कर लेंगे, वो भी ख्याल आ सकता सी, पर गुरु ने यह ख्याल लेना तुसी इत्थे आके बैठ गए। मन की पावर, मन की शक्ति नूं समझो। दूसरा है बुद्धि। बुद्धि की है? निर्णय करती है, सही दा गलत दा, गोरे दा काले दा, चिट्टे दा नीले दा। बुद्धि नूं पता लगता, सुके दा गिले दा। बुद्धि नूं अनुभव होता भी आ सही आ गलत है, ये कपड़ा है, ये लोहा है, ये सोना है, ये चांदी है, ये पित्तल है। बुद्धि नूं निर्णय होता पदार्थां दा भी। स्त्री है, पुरुष है, मां है, धी है, भैन है, ये बुद्धि नूं पता लगता। ये भरा है, ये प्यो है, धी है, पुत्र है, सब चीज़ां बुद्धि नूं पता लगता। मन फुरना करता है, बुद्धि निर्णय करती है, चेता चिंतन करता है। ते हम मैं उन्हां सारियां च रीढ़ दी हड्डी है। जे मैं ना होवां ते ख्याल किहनूं आएगा? जे मैं ना होवां ते निर्णय कौन करेगा? जे मैं ना होवां ते चिंतन कौन करेगा? ये चारे चीज़ां तिथा घड़िया सुरत, मत, मन, बुद्ध, ये चारे चीज़ां मिल के बन जाता अंतशकरण। साडा मन, साडी बुद्धि, साडा चेता, साडा हंकार, ये चार चीज़ां ने इनू कहते भांडा, बर्तन। भांडे विच वस्तु पैंदी है ना। पहला इसे राग का शब्द है, भांडा धोए बैस धूप देवो तो दूध है को जाओ। हुण तां रिवाज कोई नहीं, असीं देखिया पहला पित्तल दे भांडे हुंदे सी, माइयां बीबियां कली करा के रखदियां सन। पित्तल दे भांडे च दाल सब्जी बनदी सी, पित्तल दे भांडे च दुध काढ़दे सी, पित्तल दे भांडिਆਂ ਨੂੰ ਵਰਤਦੇ ਸੀ। जे पित्तल दे डोलू विच दुध लैण जांदे सी, मैं 2-4 देखिया, बहुते नहीं, उहनूं धूफ दिंदे हुंदे सी। शायद इस करके भी उहदे चों कोई माड़ी स्मैल ना आवे, चंगी आवे। भांडा धोए बैस धूप देवो, हो सकता पहला सारे ही दिंदे होण। गुरु नानक साहब ने जदों लिखिया, हौले हौले रिवाज बदल जाते ने, ख्याल बदल जाते ने। भांडे च धूप देने का मतलब भी भांडे जो माड़ी स्मैल ना आवे, दुध साफ रहे, जो भी चीज़ पाई है उस खुशबू आवे। आ जिहड़ा साडा अंतःकरण दा भांडा है, मन दा, बुद्धि दा, चेता दा, हंकार दा, ये जे साफ होवे, ते दुध पिया होवे। दुध की पाना ब्रह्म ज्ञान दा, वो ब्रह्म ज्ञान दा दुध तां ही हो जे भांडा साफ होवेगा। ते जे भांडा होवे मैला,
ਭਾਂਡੇ 'ਚ ਦੁੱਧ ਪਾਓ, ਦੁੱਧ ਖਰਾਬ ਹੋ ਜਾਵੇ, ਕੱਸ ਜਾਵੇ। ਇਸ ਕਰਕੇ ਸਾਹਿਬ ਜੀ ਮਹਾਰਾਜ ਨੇ ਕਿਹਾ ਭਾਂਡਾ ਅੱਛਾ ਸੋਏ। ਉਹੀ ਹਿਰਦਾ, ਉਹੀ ਮਨ, ਉਹੀ ਬੁੱਧੀ, ਉਹੀ ਚੇਤਾ, ਉਹੀ ਹੰਕਾਰ ਅੱਛਾ ਹੈ ਜੋ ਤਿਸ ਭਾਵ ਸੀ। ਜੇ ਕੋਈ ਕਹੇ ਮੈਂ ਧੋ ਲਾਂਗਾ ਆਪਣੇ ਆਪ, ਕਹਿੰਦੇ ਆਪਣੇ ਆਪ ਧੋਇਆ ਵੀ ਨਹੀਂ ਜਾਏਗਾ। ਮੈਂ ਆ ਗਈ ਨਾ, ਮੈਂ ਕੀ ਕਰੇਗੀ? ਮੈਂ ਤਾਂ ਵਿਰੋਧ ਹੈ ਪਰਮੇਸ਼ਰ ਦਾ, ਤੇਰਾ ਤੇ ਮੇਰਾ ਤਾਂ ਵਿਰੋਧ ਹੈ ਨਾ। ਕਹਿੰਦੇ ਇਸ ਕਰਕੇ ਭਾਂਡਾ ਵੀ ਉਹੀ ਧੋਵੇਗਾ, ਉਹਦੇ ਅੱਗੇ ਸਮਰਪਣ ਹੀ ਕਰ ਦੇਣਾ, ਸਿਲੰਡਰ ਹੀ ਕਰ ਦੇਣਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ। ਮੇਰਾ ਭਾਂਡਾ ਅੱਛਾ ਸੋਏ, ਹਿਰਦੇ ਰੂਪੀ ਅੰਤਸ਼ਕਰਨ ਰੂਪੀ ਭਾਂਡਾ ਅੱਛਾ ਸੋਈ ਹੈ ਜੋ ਤਿਸ ਭਾਵ ਸੀ, ਜਿਹੜਾ ਉਸ ਵਾਹਿਗੁਰੂ ਨੂੰ ਭਾ ਗਿਆ। ਆਪਣੇ ਆਪ ਦੇ ਸਾਰੇ 100% ਸਹੀ ਆ, ਘਾਟ ਨਾ ਕਿ ਨਹੀਂ ਕਹਾਇਆ, ਘਾਟ ਨਹੀਂ ਕੋਈ ਕਹਾਉਂਦਾ। ਪਰ ਇਹ ਤਾਂ ਸਤਿਗੁਰੂ ਜੀ ਜਾਣਦੇ ਆ ਵੀ ਇਹ ਜਿਹੜਾ ਜੀਵ ਹੈ ਇਹ ਅਧਿਕਾਰੀ ਹੈ ਇਸ ਵਸਤੂ ਦਾ। ਇਹਦੇ ਵਿੱਚ ਦੁੱਧ ਪਾ ਦਈਏ, ਇਹ ਸੰਭਾਲ ਲੇਗਾ। ਕਹਿੰਦੇ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਟਿਕਦਾ ਹੈ। ਆਪਾਂ ਚੋ ਕੇ ਤਾਂ ਨਹੀਂ ਵੇਖਿਆ, ਸੁਣਿਆ। ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਟਿਕਦਾ। ਪਤਾ ਨਹੀਂ ਕਿਹੜੇ ਲਹਿਜੇ ਵਿੱਚ ਗੱਲ ਕੀਤੀ, ਹੋ ਸਕਦਾ ਕਿਸੇ ਯੁੱਗ ਵਿੱਚ ਕਿਸੇ ਸਾਧੂ ਮਹਾਤਮਾ ਨੇ ਤਜਰਬਾ ਕੀਤਾ ਹੋਣਾ, ਜਾਂ ਫਿਰ ਦੂਜਾ ਵੀ ਅਰਥ ਹੈ ਵੀ ਉਹ ਸ਼ੇਰਨੀ ਨੂੰ ਚੋਣਾ ਕਹਿੰਦੇ ਆ ਜਾ ਕੇ ਦੁੱਧ। ਤਾਂ ਸਾਰੀਆਂ ਗੱਲਾਂ ਦੇ ਦੋ ਪੱਖ ਹੁੰਦੇ ਨੇ। ਜਿਹੜਾ ਬ੍ਰਹਮ ਗਿਆਨ ਰੂਪੀ ਦੁੱਧ ਹੈ, ਆਤਮ ਸਰੂਪ ਦੀ ਲਖਤਾ ਹੈ, ਬ੍ਰਹਮ ਸਰੂਪ ਦੇ ਵਿੱਚ ਅਭੇਦਤਾ ਹੈ, ਉਸੇ ਅੰਤःਕਰਣ 'ਚ ਹੋ ਸਕਦੀ ਹੈ ਜਿਹੜਾ ਨਿਰਮਲ ਹੈ। ਇਸੇ ਕਰਕੇ ਮਹਾਤਮਾ ਮਹਾਂਪੁਰਸ਼ਾਂ ਨੇ 4 ਸਾਧਨ ਦਿੱਤੇ ਮਨ ਦੀ ਸੁਧੀ ਵਾਸਤੇ: ਵਿਰਾਗ, ਵਿਵੇਕ, ਛਠ ਸੰਪਤੀ ਤੇ ਮੁਮੁਕਸ਼ਤਾ। ਜੇ ਤੁਸੀਂ ਬ੍ਰਹਮ ਗਿਆਨ ਦਾ ਦੁੱਧ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਵਿਰਾਗ ਧਾਰਨ ਕਰਨਾ ਪਏਗਾ। ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ। ਫਿਰ ਉਹਨੂੰ ਵਿਵੇਕ ਬੁੱਧੀ ਨਾਲ ਨਿਰਣਾ ਕਰਨਾ ਪਏਗਾ ਵੀ ਵਸਤੂ ਸੱਤ ਕਿਹੜੀ ਹੈ, ਅਸੱਤ ਕਿਹੜੀ ਹੈ। ਜਿਵੇਂ ਸਾਧ ਸੰਗਤ ਜੀ ਹੰਸ ਦੇ ਅੱਗੇ ਦੁੱਧ ਤੇ ਪਾਣੀ ਰੱਖ ਦਈਏ, ਹੰਸ ਦੀ ਚੁੱਝ 'ਚ ਖਟਾਸ ਹੁੰਦੀ ਆ, ਉਹ ਵਿੱਚ ਪਾ ਦਿੰਦਾ। 2-4 ਮਿੰਟ ਦੇ ਵਿੱਚ ਦੁੱਧ ਦੀਆਂ ਫੁੱਟੀਆਂ ਜੰਮ ਜਾਂਦੀਆਂ, ਪਾਣੀ ਥੱਲੇ ਰਹਿ ਜਾਂਦਾ, ਉੱਤੋਂ ਛਕ ਲੈਂਦਾ, ਪਾਣੀ ਛੱਡ ਦਿੰਦਾ। ਉਹਨੂੰ ਕਹਿੰਦੇ ਵਿਵੇਕ ਬੁੱਧੀ। ਗੁਰੂ ਕਾ ਸਿੱਖ ਵਿਵੇਕੀ ਹੈ, ਆਤਮ ਰੂਪੀ ਸਾਰ ਵਸਤੂ ਨੂੰ ਗ੍ਰਹਿਣ ਕਰ ਲੈਂਦਾ, ਸਰੀਰ ਦੀਆਂ ਬਾਕੀ ਮਾਇਆ ਦੀਆਂ ਚੀਜ਼ਾਂ ਨੂੰ ਤਿਆਗ ਦਿੰਦਾ। ਉਹ ਕਹਿੰਦਾ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ, ਜਿਹੜੀਆਂ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ, ਸਰੀਰ ਇੱਥੇ ਰਹਿ ਜਾਣਾ, ਇੰਦਰੀਆਂ ਇੱਥੇ ਰਹਿ ਜਾਣੀਆਂ ਨੇ, ਮਨ ਬੁੱਧੀ ਚੇਤਾ ਵੀ ਇਹ ਮੇਰਾ ਨਹੀਂ ਹੈ। ਜਿਹੜਾ ਇਹ ਨਿਰਣਾ ਕਰ ਲੈਂਦਾ ਉਹ ਵਿਵੇਕੀ ਹੁੰਦਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਬਹੁਤ ਸੂਖਮ ਵਿਚਾਰ ਹੈ। ਭਾਂਡਾ ਅੱਛਾ ਸੋਏ, ਬਾਰੇ ਕਹਿੰਦੇ ਉਹੀ ਭਾਂਡਾ ਬਰਤਨ ਅੱਛਾ ਹੈ, ਸ਼ੁੱਧ ਹੈ, ਜੋ ਤਿਸ ਭਾਵ ਸੀ, ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਭਾ ਗਿਆ। ਭਾਂਡਾ ਆਤਮ ਲੀਨ ਧੋਤਾ ਹਛਾ ਨਾ ਹੋਏ ਸੀ। ਇਸ ਜੀਵ ਦਾ ਹਿਰਦੇ ਰੂਪੀ ਭਾਂਡਾ ਅਤਿਅੰਤ ਮਲੀਨ ਹੋਇਆ ਪਿਆ, ਅੰਤःਕਰਣ 'ਚ ਮੈਲ ਜੰਮੀ ਪਈ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋ ਆਸ਼ਾ। ਆਪਾਂ ਤਾਂ ਕਦੀ ਅੰਦਰ ਝਾੜੂ ਮਾਰ ਕੇ ਵੇਖਿਆ ਨਹੀਂ ਤੇ ਆਪਾਂ ਨੂੰ ਪਤਾ ਨਹੀਂ। ਜਦੋਂ ਅੰਦਰ ਝਾੜੂ ਮਾਰਨ ਲੱਗੀਏ ਤਾਂ ਫਿਰ ਤਾਂ ਪਰਤਾਂ ਹੀ ਨਿਕਲਦੀਆਂ ਨੇ ਪਾਪਾਂ ਦੀਆਂ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ ਹੈ, ਬਖੀਲੀ ਹੈ, ਦਵੈਸ਼ ਹੈ, ਨਿੰਦਾ ਹੈ, ਚੁਗਲੀ ਹੈ। ਕਿਹੜਾ ਔਗਣ ਹੈ ਜਿਹੜਾ ਸਾਡੇ 'ਚ ਹੈ? ਕੋਈ ਨਹੀਂ। ਉਦਾਂ ਆਪਾਂ ਦੇਖਦੇ ਨਹੀਂ ਨਾ, ਉੱਪਰੋਂ ਪੁੱਛ ਕੇ ਆਪਣਾ ਠੀਕ ਹੈ, ਪਰ ਜੇ ਆਪਾਂ ਉਹਨੂੰ ਜਾ ਕੇ ਕਈ ਵਾਰੀ ਦੇਖਿਆ, ਪੁਰਾਣੇ ਮਕਾਨ ਬਾਹਰੋਂ ਕੁੰਡੀ ਲੱਗੀ, 5-7 ਸਾਲ ਮਕਾਨ ਮਾਲਕ ਆਇਆ ਕੋਈ ਨਹੀਂ, ਉਹਨੂੰ ਤਾਂ ਖਿਆਲ ਨਹੀਂ। ਪਰ ਜੇ ਅੰਦਰ ਵੜੇਗਾ, ਕੁੰਡੀ ਖੋਲੇਗਾ, ਫਿਰ ਉਹਨੂੰ ਪਤਾ ਲੱਗੇਗਾ ਵੀ ਕਿੰਨਾ ਗਰਦਾ ਜੰਮਿਆ ਹੋਇਆ, ਕਿੰਨੀਆਂ ਚੂਹਿਆਂ ਦੀਆਂ ਮੇਂਗੜਾਂ ਪਈਆਂ ਨੇ, ਕਿੰਨਾ ਆੜ ਕਬਾੜ ਹੈ ਅੰਦਰ, ਫਿਰ ਹੀ ਪਤਾ ਲੱਗੇਗਾ। ਤੇ ਜੇ ਅੰਦਰ ਵੜਿਆ ਹੀ ਨਹੀਂ
ਤੇ ਫਿਰ ਅੰਦਰ ਦਾ ਪਤਾ ਕੀ ਲੱਗੇਗਾ। ਮਹਾਰਾਜ ਕਹਿੰਦੇ ਭਾਂਡਾ ਅਤ ਮਲੀਨ, ਤੇਰਾ ਹਿਰਦਾ ਰੂਪੀ ਭਾਂਡਾ ਇੰਨਾ ਮਲੀਨ ਮੈਲਾ ਹੋ ਚੁੱਕਾ ਹੈ। ਕਹਿੰਦੇ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ। ਜੇ ਆਪਾਂ ਧੋਣ ਦੇ ਨਾਲ ਕਹੀਏ ਵੀ ਅਸੀਂ ਧੋ ਕੇ ਸਾਫ਼ ਕਰ ਲਾਂਗੇ, ਗੁਰੂ ਸਾਹਿਬ ਜੀ ਦੀ ਸੇਵਾ ਤੋਂ ਬਿਨਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਹੋਣਾ ਸਾਫ਼। ਆਖੋ ਸ੍ਰੀ ਵਾਹਿਗੁਰੂ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ ਪਹੁੰਚ ਜਨਾ ਸਿਓ ਸੰਗ ਨਾ ਛੁਟਕਿਓ। ਅਦਕ ਅਹੰ ਬੁੱਧ ਬਾਧੇ, ਜਿੰਨੇ ਕਰਮ ਕਰਦੇ ਆ ਉਨੀ ਹਉਮੈ ਵੱਧਦੀ ਜਾਂਦੀ ਹੈ। ਇਹ ਵੀ ਆਪਾਂ ਸਾਰੇ ਸਾਧਨਾ ਕਰਨ ਵਾਲੇ ਆ, ਸਾਧਕ ਆਪਾਂ। ਸਾਧਨਾ ਕਰਨ ਵਾਲੇ ਦੇ ਰਸਤੇ 'ਚ ਬੜੀਆਂ ਦਿੱਕਤਾਂ ਨੇ। ਤੇ ਇਹ ਵੀ ਸਾਧ ਸੰਗਤ ਜੀ ਮੈਂ ਦੇਖਿਆ ਗੁਰਦੁਆਰਿਆਂ ਵਿੱਚ 2-4 ਸਾਲ ਕੋਈ ਸੇਵਾ ਕਰ ਲਵੇ, ਕਹਿੰਦਾ ਇਹ ਸੇਵਾ ਹੁਣ ਮੇਰੀ ਹੈ, ਤੂੰ ਇੱਥੇ ਨਹੀਂ ਖੜ ਸਕਦਾ, ਇਹ ਝਾੜੂ ਇੱਥੇ ਮੈਂ ਮਾਰਨਾ, ਤੂੰ ਕਿਵੇਂ ਮਾਰੇਗਾ। ਝਾੜੂ ਦਾ ਮਾਰਨਾ ਸੀ ਆਪਣੇ ਹਿਰਦੇ ਵਿੱਚ, ਉੱਥੇ ਫੇਰ ਗੰਦਗੀ ਜੰਮ ਗਈ, ਉੱਥੇ ਫੇਰ ਪਰਤਾਂ ਜੰਮ ਗਈਆਂ। ਭਾਂਡਾ ਆਤਮਲੀਨ ਅਤਿਅੰਤ ਮੈਲਾ ਹੋ ਗਿਆ। ਧੋਤਾ ਅੱਛਾ ਨਾ ਹੋਏ ਸੀ, ਏਦਾਂ ਨਹੀਂ ਧੋਇਆ ਜਾਣਾ। ਗੁਰੂ ਦੀ ਕਿਰਪਾ ਨਾਲ ਇਹ ਨੀਵਾਂ ਕਰਕੇ ਵੀ ਮੈਂ ਤਾਂ ਅੰਦਰ ਵੀ ਝਾੜੂ ਮੈਂ ਬਾਹਰ ਨਹੀਂ ਮਾਰ ਰਿਹਾ, ਮੈਂ ਆਪਣੇ ਅੰਦਰ ਮਾਰ ਰਿਹਾ। ਬਾਬਾ ਦੀਪ ਸਿੰਘ ਸਾਹਿਬ ਜੀ ਸਰਬਲੋ ਦੇ ਬਾਟੇ ਨੂੰ ਮਾਂਜੀ ਜਾਂਦੇ ਸਨ, ਮਾਂਜੀ ਜਾਂਦੇ ਸਨ, ਮਾਂਜ ਕੇ ਜਿਵੇਂ ਸਟੀਲ ਚਮਕਦੀ ਹੈ, ਚਾਂਦੀ ਚਮਕਦੀ ਹੈ, ਉਹ ਕੱਢਿਆ ਹੁੰਦਾ ਸੀ ਬਾਟਾ। ਕਲਗੀਧਰ ਪਾਤਸ਼ਾਹ ਪਿੱਛੇ ਖੜੇ ਵੇਖੀ ਜਾਂਦੇ, ਹੋਰ ਸਰਬਲੋ ਦਾ ਬਾਟਾ ਰੇਤੇ ਦੇ ਢੇਰ ਤੇ ਬਹਿ ਕੇ ਰਗੜੀ ਜਾਂਦਾ। ਮਹਾਰਾਜ ਪਿੱਛੋਂ ਬੋਲੇ ਕਿ ਦੀਪ ਸਿੰਘ ਕਿੰਨਾ ਕੁ ਮਾਂਜਣਾ ਇਹਨੂੰ। ਕਹਿੰਦੇ ਮਹਾਰਾਜ, ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਇਹਦੇ 'ਚ ਮੈਂ ਦੇਖਦਾ ਮੇਰਾ ਚਿਹਰਾ ਦਿਸਦਾ ਹੈ, ਮੈਂ ਤਾਂ ਹੋਰ ਮਾਂਜ ਰਿਹਾ ਵੀ ਆਪ ਜੀ ਦਾ ਚਿਹਰਾ ਦਿਸਣ ਲੱਗ ਜੇ। ਆਖੋ ਸ੍ਰੀ ਵਾਹਿਗੁਰੂ। ਇਹ ਗੱਲ ਬਾਹਰੋਂ ਨਹੀਂ ਸਮਝ ਆਣੀ, ਇਹ ਅੰਦਰ ਦੀ ਗੱਲ ਸੀ ਕਿ ਉਹ ਬਾਹਰੋਂ ਬਾਟਾ ਨਹੀਂ ਸੀ ਮਾਂਜ ਰਿਹਾ, ਉਹ ਆਪਣੇ ਹਿਰਦੇ ਦਾ ਬਾਟਾ ਮਾਂਜ ਰਿਹਾ ਸੀ, ਅੰਦਰ ਜਾ ਰਿਹਾ ਸੀ, ਸੁਰਤ ਦੀ ਅੰਦਰ ਸੀ। ਭਾਂਡਾ ਆਤਮਲੀਨ, ਸਾਡਾ ਦਾ ਮੈਲਾ ਹੀ ਬਹੁਤ ਧੋਤਾ ਅੱਛਾ ਨਾ ਹੋਏ ਸੀ, ਏਦਾਂ ਨਹੀਂ ਅੱਛਾ ਹੋਣਾ। ਹਾਂਜੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਦੁਆਰਾ ਹੋਏ, ਸਤਿਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਪੈ ਜਾਵੇ, ਸਮਰਪਿਤ ਹੋ ਜਾਵੇ। ਮਹਾਰਾਜ ਜੀ, ਗਰੀਬ ਨਵਾਜ ਜੀ, ਮੈਨੂੰ ਭਾਂਡਾ ਧੋਣਾ ਨਹੀਂ ਆਉਂਦਾ, ਮੈਨੂੰ ਭਾਂਡਾ ਮਾਂਜਣਾ ਨਹੀਂ ਆਉਂਦਾ, ਮੇਰਾ ਭਾਂਡਾ ਮੈਲਾ ਹੈ, ਕਿਰਪਾ ਕਰੋ, ਬਖਸ਼ਿਸ਼ ਕਰੋ। ਜਦੋਂ ਕੋਈ ਏਦਾਂ ਸਿੱਖ ਹੱਥ ਜੋੜ ਕੇ ਸਿਲੰਡਰ ਕਰ ਦੇਵੇ, ਸਮਰਪਿਤ ਹੋ ਜਾਵੇ, ਤਾਂ ਸੋਝੀ ਪਾਏ ਸੀ। ਸਤਿਗੁਰੂ ਕਿਰਪਾ ਕਰ ਦਿੰਦੇ, ਉਹਨੂੰ ਸੋਝੀ ਦੇ ਦਿੰਦੇ ਆ, ਉਹਨੂੰ ਅੰਤਸ਼ਕਰਨ ਰੂਪੀ ਭਾਂਡਾ ਮਾਂਜਣ ਦੀ ਵੀ ਜਾਚ ਸਿਖਾ ਦਿੰਦੇ ਆ, ਤੇ ਉਹਦੇ ਵਿੱਚ ਭਾਂਡੇ 'ਚ ਵਸਤੂ ਵੀ ਪਾ ਦਿੰਦੇ ਆ। ਅੱਜ ਸਾਧ ਸੰਗਤ ਜੀ, ਬ੍ਰਹਮ ਗਿਆਨ ਇੰਟਰਨੈਟ ਤੇ ਵੰਡਿਆ ਜਾ ਰਿਹਾ ਹੈ। ਇਹ ਇੰਟਰਨੈਟ ਵਾਲੀ ਚੀਜ਼ ਕੋਈ ਨਹੀਂ। ਇਹਦਾ ਗੁਰੂ ਘਰ ਦੇ ਜੋੜੇ ਝਾੜ ਕੇ, ਭਾਂਡੇ ਮਾਂਜ ਕੇ, ਲੰਗਰ ਦੀ ਸੇਵਾ ਕਰਕੇ, ਜਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ ਹੈ, ਜਿਵੇਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਹੈ, ਜਿਵੇਂ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸੇਵਾ ਕੀਤੀ ਹੈ, ਇਸ ਤਰੀਕੇ ਨਾਲ ਜੇ ਕੋਈ ਆਪਾ ਭਾਵ ਨਿਵਾਰਨ ਕਰਕੇ ਸੇਵਾ ਕਰੇਗਾ ਤੇ ਉਹਦਾ ਭਾਂਡਾ ਸਾਫ਼ ਹੋਵੇਗਾ, ਉਹ 'ਚ ਵਸਤੂ ਵੀ ਪਵੇਗੀ, ਵਸਤੂ ਪਏਗੀ, ਭਾਂਡਾ ਸਾਫ਼ ਹੋਵੇਗਾ। ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਗੁਰੂ ਦੁਆਰਾ, ਗੁਰੂ ਦੇ ਰਾਹੀਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਚੀਜ਼ ਮਿਲਦੀ ਨਹੀਂ ਨਾ। ਇਹ ਸੋਝੀ ਸਤਿਗੁਰੂ ਬਖਸ਼ਦੇ ਹਨ। ਏਤ ਦੁਆਰਾ ਧੋਏ ਅੱਛਾ ਹੋਏ ਸੀ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਏਤ ਦੁਆਰਾ ਧੋਏ, ਗੁਰੂ ਦੇ ਦਰ ਤੇ ਆ ਕੇ, ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਸੇਵਾ ਵਿੱਚ ਰਹਿ ਕੇ ਜਿਹੜਾ ਆਪਣੇ ਭਾਂਡੇ ਨੂੰ ਧੋ ਲਵੇ, ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਧੋਇਆ ਹੈ, ਜਿਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਧੋਇਆ ਹੈ। ਏਤ ਦੁਆਰਾ ਧੋਏ, ਇਸ ਤਰ੍ਹਾਂ ਧੋਵੇ ਤਾਂ ਸਾਹਿਬ ਜੀ ਕਹਿੰਦੇ ਅੱਛਾ ਹੋਏ ਸੀ, ਹਿਰਦਾ ਤੁਹਾਡਾ ਅੱਛਾ ਹੋ ਜਾਏਗਾ। ਬੜੇ ਬੜੇ ਵਿਗੜੇ ਤਿਗੜੇ ਪਾਪੀ ਬੰਦੇ ਸਤਸੰਗ ਕਰਕੇ ਤਰ ਗਏ ਹਨ, ਜਿਨ੍ਹਾਂ ਦਾ
ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ ਹੈ, ਵਾਲਮੀਕ ਸੁਪਚਾਰੋ ਤਰਿਓ ਬੁੱਧਕ ਤਰੇ ਵਿਚਾਰੇ। ਗਨਕਾ ਵੇਸ਼ਵਾ ਤਰ ਗਈ ਹੈ। ਇਹ ਨਹੀਂ ਕੁਝ ਕਹਿ ਸਕਦੇ ਵੀ ਅਸੀਂ ਉਹ ਤਰ ਸਕਦਾ, ਇਹ ਨਹੀਂ ਤਰ ਸਕਦਾ। ਸਾਨੂੰ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੁੰਦੀ, ਆਪਾਂ ਦੇ ਦਿੰਦੇ ਆ। ਸਾਨੂੰ ਕੀ ਹੱਕ ਹੈ, ਉਹ ਗੁਰੂ ਜਾਣੇ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਮਹਾਂਪੁਰਸ਼ ਹੋਏ ਨੇ। ਬਾਬਾ ਵੀਰ ਸਿੰਘ ਜੀ ਨਰੰਗਾ ਬਾਧੀਆ, ਜਿਨ੍ਹਾਂ ਨੇ ਅੰਗਰੇਜ਼ ਆਪਣੇ ਡੋਗਰਿਆਂ ਨੇ ਤੋਪਾਂ ਚਲਾ ਕੇ ਸ਼ਹੀਦ ਕਰ ਦਿੱਤਾ ਸੀ। ਬਾਬਾ ਵੀਰ ਸਿੰਘ ਜੀ ਨਰੰਗਾ ਬਾਧੀਆ ਮਹਾਂਪੁਰਸ਼, ਉਹਨਾਂ ਦੇ ਗੁਰਦੇਵ ਸਨ ਬਾਬਾ ਭਾਗ ਸਿੰਘ ਜੀ, ਬਹੁਤ ਉੱਚੀ ਅਵਸਥਾ ਦੇ ਮਹਾਂਪੁਰਸ਼। ਦੋਵੇਂ ਮਹਾਤਮਾ ਕਹਿਣ ਲੱਗੇ, ਉਧਰ ਰਾਵਲਪਿੰਡੀ ਸਾਈਡ ਪਾਕਿਸਤਾਨ ਦੇ ਵਿੱਚ ਕੁਰੀ ਕੋਈ ਨਗਰ ਸੀ, ਉੱਥੇ ਰਹਿੰਦੇ ਸੀ। ਆਪਣੀ ਮੌਜ ਆ ਗਏ, ਜਵਾਨੀ ਦੀ ਉਮਰ ਸੀ ਸਾਧੂਆਂ ਦੀ। ਕਹਿੰਦੇ ਚਲੋ ਸ਼ਹਿਰ ਵੇਖੀਏ, ਕੋਈ ਅੱਖਾਂ ਵਾਲਾ ਹੈ ਕਿ ਅੰਨੇ ਹੀ ਫਿਰਦੇ ਆ। ਆਖੋ ਸ੍ਰੀ ਵਾਹਿਗੁਰੂ। ਸਾਧੂ ਦੀ ਮੌਜ ਦਾ ਕੋਈ ਪਤਾ ਨਹੀਂ। ਚਲੋ ਵੇਖੀਏ ਸ਼ਹਿਰ ਵਿੱਚ ਸਾਰੇ ਅੱਖਾਂ ਵਾਲੇ ਵੀ ਹੈ ਕੋਈ। ਕੱਪੜੇ ਨੌਜਵਾਨ ਮੁੰਡੇ ਜਿਹੜੇ ਪਹਿਨਦੇ ਨੇ ਅੱਜ ਕੱਲ, ਪੈਂਟ ਕੋਟ ਟਾਈ ਸ਼ਾਈ ਲਾਉਂਦੇ ਨੇ। ਉਹਨਾਂ ਦਿਨਾਂ ਦੇ ਵਿੱਚ ਸ਼ਮਲੇ ਵਾਲੀ ਪੱਗ, ਤੁਰਲੇ ਵਾਲੀ, ਇੱਕ ਲੜ ਪਿਛਾ ਨੂੰ ਛੱਡਣਾ, ਇੱਕ ਉਹਦਾ ਨੂੰ ਕੱਢਣਾ, ਮੁੱਛਾਂ ਨੂੰ ਤਾ ਦੇ ਲੈਣਾ, ਤੇ ਚਾਦਰਾ ਵੱਡਾ ਲਾਣਾ ਜਿਹੜਾ ਥੱਲਿਓਂ ਪਿੱਛੋਂ ਵੀ ਮਿੱਟੀ ਵੀ ਉਜਦਾ ਆਵੇ, ਤੇ ਲੜਾਂ ਵਾਲਾ ਚਾਦਰਾ ਤੇ ਕੁੜਤਾ ਤੇ ਕਫਾ ਵਾਲਾ, ਤੇ ਹੱਥ ਵਿੱਚ ਮੁੰਦਰੀਆਂ, ਛਾਪਾਂ ਛੂਪਾਂ ਤੇ ਕੜੇ ਪਾਣੇ, ਕੈਂਠਾ ਪਾ ਲੈਣਾ ਸੋਨੇ ਦਾ ਗਲ ਵਿੱਚ। ਇਹ ਨੌਜਵਾਨਾਂ ਦਾ ਖੂੰਡਾ ਫੜ ਲੈਣਾ ਹੱਥ ਵਿੱਚ, ਜਿਵੇਂ ਉਹ ਭੰਗੜੇ ਵਾਲੇ ਅੱਜ ਵੀ ਕਿਤੇ ਕਿਤੇ ਸੀਨ ਪੇਸ਼ ਕਰਦੇ ਨੇ। ਸਾਡਾ ਪੁਰਾਣਾ ਪੰਜਾਬੀਆਂ ਦਾ ਟੌਰ ਵਾਲਾ ਇਹ ਪਹਿਰਾਵਾ ਸੀਗਾ। ਬਰਾਤੇ ਜਾਣਾ ਮੁੰਡਿਆਂ ਨੇ ਤੇ ਇਹ ਸੱਜ ਕੇ ਐਵੇਂ ਜਾਂਦੇ ਸੀ। ਕਹਿੰਦੇ ਉਹ ਬਾਬਾ ਭਾਗ ਸਿੰਘ ਜੀ ਮਹਾਂਪੁਰਸ਼, ਬਾਬਾ ਵੀਰ ਸਿੰਘ ਜੀ, ਦੋਵੇਂ ਹੀ ਕਹਿੰਦੇ ਅੱਜ ਏਦਾਂ ਦੇ ਬਣ ਗਏ। ਕੱਪੜੇ ਪਾ ਲਏ ਬੜੇ ਸੋਹਣੇ, ਕੈਂਠੇ ਕੁੰਠੇ ਪਾ ਲਏ, ਮੁੱਛਾਂ ਨੂੰ ਵੱਟ ਦੇ ਲਏ ਵੀ ਅਸੀਂ ਤਾਂ ਨੌਜਵਾਨ ਅਲੜ ਮੁੰਡੇ ਆ, ਹੈਨ ਬ੍ਰਹਮ ਗਿਆਨੀ। ਬਾਜ਼ਾਰ ਤੁਰੇ ਜਾਂਦੇ, ਦੁਨੀਆ ਆ ਰਹੀ ਹੈ ਜਾ ਰਹੀ, ਕਿਸੇ ਨੂੰ ਨਹੀਂ ਸਮਝ, ਕਿਸੇ ਨੂੰ ਨਹੀਂ ਪਤਾ ਲੱਗਾ ਵੀ ਬ੍ਰਹਮ ਗਿਆਨੀ ਮਹਾਤਮਾ ਸ਼ਹਿਰ ਦੇ ਵਿੱਚੋਂ ਲੰਘੇ ਜਾ ਰਹੇ ਆ। ਐਡੀ ਮਹਾਨ ਹਸਤੀਆਂ ਲੰਘੀਆਂ ਜਾ, ਕਿਸੇ ਨੂੰ ਨਹੀਂ ਪਛਾਣ ਆਈ। ਕੋਠੇ ਤੇ ਵੇਸ਼ਵਾ ਬੈਠੀ ਸੀ, ਉਹਨੇ ਵੇਖਿਆ ਮੋਤੀਆਂ ਦਾ ਥਾਲ ਭਰ ਕੇ, ਕਿਉਂਕਿ ਜਿਹੜੀਆਂ ਵੇਸ਼ਵਾਵਾਂ ਗਾਂਦੀਆਂ ਕੋਠਿਆਂ ਤੇ, ਇਹਨਾਂ ਦੀ ਮਾਇਆ ਵੀ ਬਹੁਤ ਹੁੰਦੀ ਨਾ ਕੋਲ, ਵੱਡੇ ਵੱਡੇ ਲੋਕ ਆਉਂਦੇ ਇਨਾਮ ਦੇ ਜਾਂਦੇ। ਉਹਨੇ ਥਾਲ ਭਰਿਆ ਹੀਰਿਆਂ ਮੋਤੀਆਂ ਦਾ, ਆਈ ਬਾਜ਼ਾਰ ਦੇ ਵਿੱਚ ਚਰਨਾਂ 'ਚ ਰੱਖ ਕੇ ਲੰਮੀ ਪੈ ਗਈ। ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਮਹਾਰਾਜ ਤੁਸੀਂ ਆਪ ਹੀ ਦ੍ਰਿਸ਼ਟੀ ਬਖਸ਼ੀ ਹੋਈ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਕਹਿ ਸਕਦੇ ਹਾਂ ਅਸੀਂ, ਇਹ ਗਲਤ ਹੈ ਕਿ ਸਹੀ ਹੈ? ਸਾਡੇ ਕੋਲ ਕੋਈ ਫੈਸਲਾ ਨਹੀਂ ਹੈ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਜਾ ਗਨਕਾ ਵਾੜੇ ਆਏ ਖਲੋਤਾ। ਉਹ ਵੇਸ਼ਵਾ ਵੀ ਤਰ ਗਈ, ਅਜਾਮਲ ਪਾਪੀ ਤਰ ਗਿਆ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਹਨੂੰ ਭਾ ਜਾਵੇ, ਏਤ ਦੁਆਰਾ ਧੋਏ ਹੱਛਾ ਹੋਏ ਸੀ, ਉਹਦਾ ਅੰਤਸ਼ਕਰਨ ਨਿਰਮਲ ਹੋ ਜਾਏਗਾ। ਤੇ ਇਹ ਅੰਤਸ਼ਕਰਨ ਨਿਰਮਲ ਦੇ ਵਿੱਚ ਵਾਹਿਗੁਰੂ ਦੇ ਪਰਮੇਸ਼ਰ ਦੇ ਸਰੂਪ ਦਾ ਗਿਆਨ ਆ ਟਿਕੇਗਾ, ਸਰੂਪ ਦਾ ਬੋਧ ਆ ਟਿਕੇਗਾ। ਉਹ ਅੰਮ੍ਰਿਤ ਪ੍ਰਾਪਤ ਹੋਵੇਗਾ, ਜਿਸ ਨੂੰ ਪਾ ਕੇ ਫਿਰ ਮ੍ਰਿਤੂ ਨਹੀਂ ਹੁੰਦੀ। ਉਹ ਅਵਸਥਾ ਮਿਲ ਜਾਂਦੀ ਹੈ ਜਿਹਦੇ ਲਾਗੇ ਕਾਲ ਨਹੀਂ ਆਉਂਦਾ। ਹਾਂਜੀ। ਮੈਲੇ ਹਛੇ ਕਾ ਵਿਚਾਰ ਆਪ ਵਰਤਾਏ ਸੀ। ਸਾਹਿਬ ਜੀ ਫਰਮਾਨ ਕਰਦੇ ਆ, ਮੈਲੇ ਹੱਛੇ ਦਾ ਵਿਚਾਰ ਆਪ ਵਰਤਾਂਦਾ ਪਰਮੇਸ਼ਰ। ਇਹ ਦੁਨੀਆ ਵਿੱਚ ਜਿਹੜੀ ਸੋਝੀ ਹੈ ਸਾਨੂੰ ਵੀ ਦਿੱਤੀ ਹੈ ਨਾ, ਵੀ ਇਹ ਮੈਲਾ ਹੈ ਤੇ ਇਹ ਅੱਛਾ ਹੈ। ਇਹ ਸੋਝੀ ਸਾਡੀ ਥੋੜਾ, ਇਹ ਸਾਡੀ ਸੋਝੀ ਨਹੀਂ ਹੈ, ਇਹ ਉਹ ਵਾਹਿਗੁਰੂ ਨੇ ਦਿੱਤੀ ਹੋਈ ਹੈ। ਇੰਨੀ ਜਿਹੜੀ ਦੁਨਿਆਵੀ ਤੌਰ ਤੇ ਵੀ ਸਮਝ ਹੈ ਨਾ, ਵੀ ਆ ਕੱਪੜਾ ਹੁਣ ਮੈਲਾ ਹੋ ਗਿਆ, ਪਤਾ ਲੱਗ ਜਾਂਦਾ ਨਾ ਸਾਨੂੰ। 2 ਦਿਨ ਆਪਾਂ ਚੋਲਾ ਪਾਇਆ, ਸਾਨੂੰ ਪਸੀਨਾ ਆਇਆ, ਜਾਂ ਕੋਈ ਮਾੜੀ ਥਾਂ ਤੇ ਬੈਠੇ ਮਿੱਟੀ ਲੱਗੀ, ਸਾਨੂੰ ਪਤਾ ਲੱਗਦਾ ਮੈਲਾ ਹੋ ਗਿਆ। ਇਹ ਕੋਈ ਸਾਨੂੰ ਆਪਣੇ ਆਪ ਥੋੜਾ ਲੱਗਦਾ, ਉਹ ਵਾਹਿਗੁਰੂ ਨੇ ਇੱਥੇ ਸੋਝੀ ਪਾਈ ਹੋਈ ਹੈ ਵੀ ਮੈਲਾ ਹੋ ਗਿਆ। ਆਖੋ ਸ੍ਰੀ ਵਾਹਿਗੁਰੂ।
ਕੱਪੜਾ ਸਾਬਣ ਲਾ ਕੇ ਧੋ ਲਿਆ, ਦਾਗ ਮਿਟ ਗਏ ਨੇ, ਸਾਫ਼ ਹੋ ਗਿਆ, ਇਹ ਵੀ ਸਾਨੂੰ ਪਤਾ ਲੱਗਦਾ। ਕੱਪੜਾ ਮੈਲਾ ਹੈ, ਇਹ ਵੀ ਸਾਨੂੰ ਪਤਾ ਲੱਗਦਾ। ਕੱਪੜਾ ਧੋਣ ਤੋਂ ਬਾਅਦ ਕੱਪੜਾ ਸਾਫ਼ ਹੋ ਗਿਆ। ਕਈ ਵਾਰੀ ਨਿਆਣੀਆਂ ਕੁੜੀਆਂ ਕੱਪੜੇ ਧੋਂਦੀਆਂ, ਮਾਂ ਨੂੰ ਦਿਖਾਉਂਦੀਆਂ, ਦੇਖ ਮਾਂ ਧੋਤਾ ਠੀਕ ਹੈ, ਕਹਿੰਦੀ ਨਾ ਪੁੱਤਰ ਅਜੇ ਹੋਰ ਸਾਬਣ ਲਾ, ਅਜੇ ਦਾਗ ਰਹਿ ਗਿਆ, ਅਜੇ ਨਹੀਂ ਠੀਕ ਹੋਇਆ। ਇਹ ਵੀ ਮਾਂ ਨੂੰ ਪਤਾ ਹੈ, ਉਹਦੀ ਧੀ ਨੂੰ ਘੱਟ ਪਤਾ ਹੈ। ਮੈਲੇ ਅੱਛੇ ਦਾ ਵਿਚਾਰ ਆਪ ਵਰਤਾਏ ਸੀ ਪਰਮੇਸ਼ਰ ਨੇ। ਉਹ ਜਿਹੜੀ ਸੋਝੀ ਦੇਣੀ ਹੈ, ਸਟੈਪ ਬਾਈ ਸਟੈਪ, ਕਦਮ ਦਰ ਕਦਮ ਆਪ ਦੇਣੀ ਹੈ। ਆ ਜਿੰਨੀ ਸੋਝੀ ਦੁਨੀਆ ਵਿੱਚ ਹੈ, ਇਹ ਦੁਨੀਆ ਦੀ ਸੋਝੀ ਨਹੀਂ ਹੈ, ਵਾਹਿਗੁਰੂ ਦੀ ਬਖਸ਼ੀ ਹੋਈ ਸੋਝੀ ਹੈ। ਕਿਸੇ ਨੂੰ ਇੰਨੀ ਸੋਝੀ ਦਿੱਤੀ ਹੈ, ਕਤਹੁ ਸੁਚੇਤ ਹੋਏਗਾ ਚੇਤਨਾ ਕੋ ਚਾਰ ਕੀਓ। ਕਿੰਨੀ ਚੇਤਨਾ ਨੂੰ ਸੁੰਦਰ ਚਾਰ ਚੰਨ ਲਾਤੇ ਹੈ ਕਿ ਕੰਪਿਊਟਰ ਬਣਾਤਾ, ਇੰਟਰਨੈਟ ਬਣਾਤਾ, ਹਵਾਈ ਜਹਾਜ਼ ਬਣਾਤੇ, ਰੇਲਾਂ ਬਣਾਤੀਆਂ। ਬੰਦੇ ਨੇ ਨਹੀਂ ਬਣਾਈਆਂ, ਕਹਿਣ ਵਾਲੇ ਤਾਂ ਕਹਿਣਗੇ ਜੀ ਬੰਦੇ ਨੇ ਬਣਾਈਆਂ, ਪਰ ਬੰਦੇ ਦੇ ਵਿੱਚ ਜਿਹੜੀ ਕਲਾ ਵਰਤੀ ਹੈ ਉਹਨੂੰ ਕੌਣ ਪਛਾਣੇਗਾ? ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬੰਦੇ ਦੇ ਦਿਮਾਗ ਵਿੱਚ ਜਿਹੜੀ ਪਰਮੇਸ਼ਰ ਨੇ ਸ਼ਕਤੀ ਪਾਈ ਹੈ, ਉਹਨੇ ਬਣਾਇਆ ਸਾਰਾ ਕੁਝ, ਬੰਦੇ ਨੇ ਨਹੀਂ ਕੁਝ ਬਣਾਇਆ। ਉਹਦੀ ਕਲਾ ਵਰਤ ਰਹੀ ਹੈ। ਮੈਲੇ ਅੱਛੇ ਦਾ ਵਿਚਾਰ ਆਪ ਵਰਤਾਏ ਸੀ। ਉਹਦੇ ਤੱਕ ਜੁੜਨਾ, ਗੁਰਬਾਣੀ ਸਾਰੀ ਸਾਨੂੰ ਉਸ ਪਰਮ ਸੱਤ ਨਾਲ ਜੋੜਦੀ ਹੈ। ਜਿਹੜੀ ਸਾਡੇ ਅੰਦਰ ਜੋਤ ਹੈ, ਉਹ ਨਿਰੰਕਾਰ ਦੀ ਜੋਤ ਹੈ, ਉਹਦੇ ਰਾਹੀਂ ਸਾਰਾ ਗਿਆਨ ਆ ਰਿਹਾ, ਸਾਰੀ ਸੋਝੀ ਆ ਰਹੀ ਹੈ। ਗਲਤ ਦੀ, ਸਹੀ ਦੀ, ਮੈਲੇ ਦੀ, ਅੱਛੇ ਦੀ, ਉਹ ਆਪ ਸੋਝੀ ਕਰਾਂਦਾ ਹੈ। ਮਤ ਕੋ ਜਾਣ ਜਾਏ ਅੱਗੇ ਪਾਏ ਸੀ। ਬਹੁਤ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਤਾ ਕੋਈ ਜਾਣੇ ਵੀ ਗੁਰੂ ਤੋਂ ਬਿਨਾ ਅੱਗੇ ਦਰਗਾਹ ਵਿੱਚ ਥਾਂ ਮਿਲ ਜੇਗੀ, ਜਾਏ ਮੈਨੇ ਜਗ੍ਹਾ। ਮਤਾ ਕੋਈ ਜਾਣੇ ਵੀ ਅੱਗੇ ਜਾ ਕੇ, ਇਹਦੇ ਅਰਥ ਦੋ ਤਰ੍ਹਾਂ ਕਰਦੇ ਨੇ। ਮਤ ਕੋ ਜਾਣੇ, ਜਾਏ ਜਾ ਕੇ ਅੱਗੇ ਕੁਝ ਪ੍ਰਾਪਤ ਹੋਵੇਗਾ, ਭਾਵ ਕੁਝ ਨਹੀਂ ਪ੍ਰਾਪਤ ਹੋਵੇਗਾ। ਪਰ ਸੰਪਰਦਾਇ ਵਿੱਚ ਜਾਏ ਦਾ ਅਰਥ ਜਗ੍ਹਾ ਹੈ। ਮਤਾ ਕੋਈ ਜਾਣੇ ਵੀ ਅੱਗੇ ਜਗ੍ਹਾ ਪ੍ਰਾਪਤ ਹੋਵੇਗੀ, ਨਹੀਂ ਹੋਵੇਗੀ। ਡੱਲੇ ਨੇ ਆਖਿਆ ਮਹਾਰਾਜ ਮੈਨੂੰ ਪੀੜੀ ਜਿੰਨੀ ਥਾਂ ਦੇ ਦਿਓ। ਮਾਰੇ ਕਹਿੰਦੇ ਅੰਮ੍ਰਿਤ ਛਕ ਲੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਨਹੀਂ ਹੁੰਦੀ ਗੱਲ। ਇਸ ਕਰਕੇ ਮਤ ਕੋ ਜਾਣੇ, ਮਤ ਕੋ ਸਮਝ ਲਵੇ ਗੁਰੂ ਧਾਰਨ ਦੀ ਕੋਈ ਲੋੜ ਨਹੀਂ, ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ। ਆਪਾਂ ਸਹੀ ਕੰਮ ਕਰਦੇ ਆ, ਆਪਾਂ ਤੇ ਸਹੀ ਜਾਵਾਂਗੇ। ਉਹ ਆਪਣੀ ਬੁੱਧੀ ਦਾ ਹੰਕਾਰ ਹੀ ਕੰਮ ਕਰ ਰਿਹਾ, ਉੱਥੇ ਉਹਨੂੰ ਕੁਛ ਨਹੀਂ ਪ੍ਰਾਪਤ ਹੋਣਾ। ਹਾਂਜੀ। ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹੇ ਕਰਮ ਕਮਾਏ, ਜਿੱਦਾਂ ਦੇ ਕਰਮ ਕਰ ਰਿਹਾ ਬੰਦਾ ਉਦਾਂ ਦਾ ਹੋ ਜਾਏਗਾ। ਆਖੋ ਸ੍ਰੀ ਵਾਹਿਗੁਰੂ। ਸਾਡੇ ਕਰਮ ਹੀ ਸਾਡੇ ਸਰੀਰ ਨੂੰ, ਸਾਡੇ ਮਨ ਨੂੰ ਰੰਗਦੇ ਹਨ। ਜਿੱਦਾਂ ਦਾ ਕਰਮ ਕਰਾਂਗੇ ਉਦਾਂ ਦੀ ਰੰਗਣ ਚੜੇਗੀ। ਸ਼ੁਭ ਕਰਮਾਂ ਦੇ ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹੋ, ਨਿਤਨੇਮ ਕਰੋ, ਸੇਵਾ ਕਰੋ, ਸਿਮਰਨ ਕਰੋ, ਤੇ ਉਹਦਾ ਵੀ ਸਵਾਦ ਲੈ ਲਓ। ਆਨੰਦ ਰਹੇਗਾ, ਸਾਰਾ ਦਿਨ ਸਰੂਰ ਰਹੇਗਾ। ਚੋਰੀ ਜਾਰੀ, ਠੱਗੀ, ਬੇਈਮਾਨੀ ਕਰਕੇ ਵੇਖ ਲਓ, ਉਹਦਾ ਵੀ ਅਸਰ ਰਹੇਗਾ। ਦੁਖੀ ਰਹੋਗੇ, ਪਰੇਸ਼ਾਨ ਰਹੋਗੇ, ਚਿੰਤ ਚ ਰਹੋਗੇ, ਮੁਰਝਾਏ ਰਹੋਗੇ। ਜਿਹੇ ਕਰਮ ਕਰੋ, ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹੇ ਬਣ ਜਾਓਗੇ। ਹਾਂਜੀ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਉਸ ਹਰੀ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਜੀ ਦਾ ਨਾਮ ਹੀ ਅੰਮ੍ਰਿਤ ਹੈ। ਮਿਰਤੂ ਤੋਂ ਰਹਿਤ ਕਰ ਦਿੰਦਾ। ਬਾਕੀ ਸਾਰੀਆਂ ਚੀਜ਼ਾਂ ਮਰਨ ਵਾਲੀਆਂ। ਇੱਕ ਵਾਰੀ ਅਸੀਂ ਸੰਤ ਗਿਆਨੀ ਜੀ ਕੋਲ, ਇੰਦਰਜੀਤ ਸਿੰਘ ਜੀ ਕੋਲ ਬੈਠੇ, ਤੇ ਇੱਕ ਸਾਡੇ ਨਾਲ ਸਿੰਘ ਉਹ ਪੁੱਛ ਬੈਠਾ। ਉਹਨੇ ਦੇ ਵਿਚਾਰੇ ਨੇ ਉਦਾਂ ਸੁਭਾਵਕ ਹੀ ਪੁੱਛਿਆ, ਬਾਬਾ ਜੀ ਜ਼ਹਿਰ ਕੀ ਹੁੰਦਾ? ਵੀ ਜ਼ਹਿਰ ਕਿੱਥੋਂ ਬਣਦਾ ਹੈ? ਜ਼ਹਿਰ ਕਿਸੇ ਦਰਖਤ ਚੋਂ ਨਿਕਲਦਾ ਹੈ? ਜਾਂ ਉਹਨੇ ਤਾਂ ਏਦਾਂ ਪੁੱਛਿਆ ਵੀ ਜ਼ਹਿਰ ਕੀ ਚੀਜ਼ ਹੁੰਦੀ ਹੈ? ਅੱਗੋਂ ਗਿਆਨੀ ਜੀ ਕਹਿੰਦੇ ਅੰਮ੍ਰਿਤ ਕੀ ਹੁੰਦਾ? ਉਹ ਕਹਿੰਦਾ ਜੀ ਅੰਮ੍ਰਿਤ ਤਾਂ ਪਰਮੇਸ਼ਰ ਦਾ ਨਾਮ ਹੀ ਹੁੰਦਾ।
ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ। ਤੇ ਗਿਆਨੀ ਜੀ ਕਹਿੰਦੇ ਫਿਰ ਨਾਮ ਅੰਮ੍ਰਿਤ ਤੋਂ ਬਿਨਾਂ ਬਾਕੀ ਸਾਰਾ ਕੁਝ ਜ਼ਹਿਰ ਹੀ ਹੁੰਦਾ। ਆ ਜੋ ਕੁਝ ਵੀ ਆਪਾਂ ਦੇਖ ਰਹੇ ਹਾਂ, ਜੋ ਕੁਝ ਸੁਣ ਰਹੇ ਹਾਂ, ਜੋ ਕੁਝ ਖਾ ਪੀ ਰਹੇ ਹਾਂ, ਜੋ ਬੋਲ ਰਹੇ ਹਾਂ, ਜਿਹੜਾ ਪ੍ਰਮਾਤਮਾ ਤੋਂ ਸਾਡੇ ਧਿਆਨ ਨੂੰ ਦੂਜੇ ਪਾਸੇ ਕਰ ਰਿਹਾ ਉਹ ਜ਼ਹਿਰ ਹੈ। ਜਿਹੜਾ ਵਾਹਿਗੁਰੂ ਤੋਂ ਬੇਵੋ ਕਰ ਰਿਹਾ, ਭਾਵੇਂ ਉਹ ਕੋਈ ਵੀ ਚੀਜ਼ ਹੈ। ਕਈ ਵਾਰੀ ਪਾਪ ਤਾਂ ਪ੍ਰਮਾਤਮਾ ਤੋਂ ਦੂਰ ਕਰਦੇ ਹੀ ਨੇ, ਪਾਪ ਦਾ ਦੂਰ ਕਰਦੇ ਨੇ, ਕੋਈ ਸ਼ੱਕ ਨਹੀਂ। ਪੁੰਨ ਵੀ ਦੂਰ ਕਰਦੇ ਨੇ। ਪੁੰਨਾਂ ਦੇ ਖਿਆਲ 'ਚ ਵੀ ਕਈ ਬੰਦੇ ਰੱਬ ਦਾ ਨਾਮ ਨਹੀਂ ਜਪਦੇ, ਕਹਿੰਦੇ ਅਸੀਂ ਦਾਨ ਕਰ ਰਹੇ ਹਾਂ, ਪੁੰਨ ਕਰ ਰਹੇ ਹਾਂ, ਲੰਗਰ ਲਾ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ। ਮਹਾਰਾਜ ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਹੈ ਕਿ ਉਧਰ ਖਾਤੇ 'ਚ ਫੈਣਗੇ, ਸਵਰਗ ਭੋਗ ਲੈਣਗੇ, ਸੁੱਖ ਪਾ ਲੈਣਗੇ, ਮੁਕਤੀ ਨਹੀਂ ਮਿਲਣੀ, ਪਰਮੇਸ਼ਰ 'ਚ ਅਭੇਦਤਾ ਨਹੀਂ ਹੋਣੀ। ਹਾਂਜੀ। ਠੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ। ਜਿਨ੍ਹਾਂ ਨੂੰ ਮਹਾਰਾਜ ਨੇ ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ, ਵਰਤਾਰਾ ਦਿੱਤਾ ਹੈ, ਛਾਂਦਾ ਦਿੱਤਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਵਾਸ ਸਵਾਸ ਸਤਨਾਮ ਸ੍ਰੀ ਵਾਹਿਗੁਰੂ ਜਪ ਰਹੇ ਨੇ। ਸਾਹਿਬ ਜੀ ਕਹਿੰਦੇ ਉਹ ਇਸ ਸੰਸਾਰ ਤੋਂ ਜਦੋਂ ਜਾਂਦੇ ਨੇ, ਉਹ ਆਪਣਾ ਜਨਮ ਸਵਾਰ ਕੇ ਇੱਜ਼ਤ ਨਾਲ ਜਾਂਦੇ। ਚੱਲਿਆ ਪਤ ਸਿਓ, ਇੱਜ਼ਤ ਨਾਲ ਜਾਂਦੇ ਆ। ਉਹਨਾਂ ਨੂੰ ਲੈਣ ਵਾਸਤੇ ਸ਼ਹੀਦ ਸਿੰਘ ਆਉਂਦੇ ਆ, ਉਹ ਜਮਾਂ ਨਾਲ ਨਹੀਂ ਜਾਂਦੇ। ਜਮਦੂਤਾਂ ਨੂੰ ਭਜਾ ਦਿੰਦੇ ਆ, ਉਹਨਾਂ ਨੂੰ ਲੈਣ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਆਉਂਦੀਆਂ ਹਨ। ਤੇ ਵਾਜਾ ਵਾਏ ਸੀ, ਵਾਜੇ ਵੱਜਦੇ ਜਾਂਦੇ ਨੇ, ਅਨਾਹਦ ਵਾਜੇ ਵੱਜਦੇ ਨੇ, ਬੜੀ ਜੈਕਾਰ ਹੁੰਦੀ ਹੈ। ਜਦੋਂ ਮਹਾਤਮਾ ਪੁਰਸ਼ ਮਹਾਂਪੁਰਸ਼ ਜਾਂਦੇ ਨੇ ਤਾਂ ਭਾਈ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਦੋਂ ਸ਼ਹੀਦ ਹੋਏ, ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਉਹਨਾਂ ਨੂੰ ਲੈਣ ਵਾਸਤੇ ਭਾਈ ਮਨੀ ਸਿੰਘ ਜੀ ਆਏ, ਭਾਈ ਤਾਰੂ ਸਿੰਘ ਜੀ ਆਏ। ਜਦੋਂ ਕਲਗੀਧਰ ਪਾਤਸ਼ਾਹ ਦੇ ਦਰਬਾਰ ਸੱਚਖੰਡ ਪਹੁੰਚੇ ਤੇ ਸਤਿਗੁਰੂ ਜੀ ਨੂੰ ਜਾ ਕੇ ਬਾਬਾ ਗੁਰਬਖਸ਼ ਸਿੰਘ ਜੀ ਫਤਿਹ ਗਜਾਈ। ਕਹਿੰਦੇ ਸਤਿਗੁਰੂ ਜੀ ਆਪ ਜੀ ਨੇ ਜੋ ਬਚਨ ਕੀਤਾ ਸੀ ਖਾਲਸੇ ਦਾ ਬੋਲਬਾਲਾ ਹੋਵੇਗਾ, ਉਹ ਕਦੋਂ ਹੋਏਗਾ? ਕਾਬਲੀ ਕੁੱਤੇ ਨੇ ਹਰਿਮੰਦਰ ਸਾਹਿਬ ਢਾ ਦਿੱਤਾ। ਜਿੰਨਾ ਚਿਰ ਅਸੀਂ ਲੜਦੇ ਰਹੇ ਆ, ਸ਼ਹੀਦ ਹੋ ਗਏ ਆ, ਉਸ ਤੋਂ ਬਾਅਦ ਉਹਨੇ ਬੇਅਦਬੀ ਕੀਤੀ ਹੈ। ਮਹਾਰਾਜ ਇਹਨੂੰ ਨਰਕਾਂ 'ਚ ਭੇਜ ਦਿਓ। ਸਤਿਗੁਰੂ ਕਹਿੰਦੇ ਬਸ ਥੋੜੇ ਦਿਨ ਦਾ ਹੀ ਰਹਿ ਗਿਆ, ਇਹ ਨਰਕਾਂ 'ਚ ਚਲਾ ਜਾਏਗਾ। ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਹੋਰ ਕੋਈ ਮੰਗ ਹੈ? ਕਹਿੰਦੇ ਹਾਂ ਮਹਾਰਾਜ, ਸਦਾ ਲਈ ਆਪ ਦੇ ਚਰਨਾਂ ਵਿੱਚ ਹੀ ਰਹੀਏ, ਇਹੀ ਮੰਗ ਹੈ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਜੀ ਇੱਕ ਕਾਰਜ ਪੰਥ ਖਾਲਸੇ ਦਾ ਕਰਨਾ ਪੈਣਾ, ਤੁਹਾਨੂੰ ਦੁਬਾਰਾ ਭੇਜਣਾ ਪੈਣਾ। ਜਾਓ ਖਾਲਸੇ ਵਿੱਚ, ਉੱਥੇ ਜਾ ਕੇ ਸਿੰਘਾਂ ਦੀਆਂ ਮਿਸਲਾਂ ਆਪਸ 'ਚ ਫਟੀਆਂ ਹੋਈਆਂ ਨੇ, ਇਕੱਠਾ ਕਰਕੇ ਖਾਲਸੇ ਦਾ ਇੱਕ ਰਾਜ ਬਣਾਓ, ਇੱਕ ਝੰਡੇ ਥੱਲੇ ਇਕੱਠੇ ਕਰੋ। ਕਹਿੰਦੇ ਮਹਾਰਾਜ ਮੇਰਾ ਜੀ ਤਾਂ ਇੱਥੇ ਰਹਿਣ ਨੂੰ ਕਰਦਾ ਸੀ। ਕਹਿੰਦੇ ਤੁਸੀਂ ਉੱਥੇ ਵੀ ਸਾਡੇ ਚਰਨਾਂ 'ਚ ਹੀ ਹੋਵੋਗੇ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆ। ਕਹਿੰਦੇ ਕਿੱਥੇ ਭੇਜੀਏ ਤੁਹਾਨੂੰ, ਕਿੱਥੇ ਭੇਜੀਏ? ਉਹ ਕਹਿੰਦੇ ਮਹਾਰਾਜ ਜਿੱਥੇ ਭੇਜੋਗੇ ਅਸੀਂ ਤਾਂ ਉੱਥੇ ਜਾਣਾ। ਜੈ ਭੇਜੈ ਤੇ ਜਾਵਾਂ, ਸਭੇ ਪਵਿੱਤ ਹੈ ਥਾਵਾਂ। ਮਹਾਰਾਜ ਕਹਿੰਦੇ ਸਿੰਘਾਂ ਨੂੰ ਬੁਲਾਓ, ਸ਼ਹੀਦਾਂ ਨੂੰ। ਸ਼ਹੀਦਾਂ ਨੂੰ ਬੁਲਾਇਆ। ਵੱਡੇ ਘੱਲੂ ਘਰ ਆ ਜਿਨ੍ਹਾਂ ਨੇ ਸ਼ਹੀਦੀ ਪਾਈ ਸੀ, ਕੋਪਰ ਹੀੜੇ। 30,000 ਸਿੰਘ ਸਿੰਘਣੀਆਂ ਬੱਚੇ ਇੱਕ ਦਿਨ ਸ਼ਹੀਦ ਹੋਏ ਸੀ ਅਬਦਾਲੀ ਨਾਲ ਲੜਦੇ ਹੋਏ। ਸ਼ਹੀਦਾਂ ਨੂੰ ਬੁਲਾਇਆ। ਹਾਂ ਵੀ ਸ਼ਹੀਦੋ ਸਿੰਘੋ ਦੱਸੋ ਵੱਡੇ ਘੱਲੂ ਘਾਰੇ 'ਚ ਕਿਹਦੀ ਕਿਹਦੀ ਘਾਲਣਾ ਜ਼ਿਆਦਾ ਸੀ? ਕਹਿੰਦੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੂੰ 22 ਫੱਟ ਲੱਗੇ ਆ ਮਹਾਰਾਜ। ਮਹਾਰਾਜ ਕਹਿੰਦੇ ਉਹ ਤੇ ਬਿੰਗਮ ਹੈ, ਵਿਆਹ ਨਹੀਂ ਕਰਾਇਆ। ਕਹਿੰਦੇ ਦੂਜਾ ਚੜ੍ਹਤ ਸਿੰਘ ਸੂਕਰ ਚੱਕੀਆ, ਉਹਨੂੰ 19 ਫੱਟ ਲੱਗੇ। ਉਹਨੇ ਬੜਾ ਪੰਥ ਦਾ ਬਚਾਅ ਕੀਤਾ, ਬੜਾ ਜੰਗ ਲੜਿਆ ਉਹਨੇ। ਮਹਾਰਾਜ ਕਹਿੰਦੇ ਸਾਡਾ ਸੂਰਮਾ ਉਹਦੇ ਘਰ ਜਾ ਕੇ ਉਹਦਾ ਪੋਤਰਾ ਬਣ ਕੇ ਜਨਮ ਲਈ। ਸਤਿ ਸ੍ਰੀ ਅਕਾਲ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪ੍ਰਗਟ ਹੋਏ। ਉਹੀ ਪਵਿੱਤਰ ਆਤਮਾ ਨੇ ਆ ਕੇ ਸਾਰਾ ਖਾਲਸਾ ਇਕੱਠਾ ਕੀਤਾ। ਤਪ ਤੇਜ ਕੋਈ ਸਾਹਮਣੇ ਖੰਘਣ ਨਹੀਂ ਦਿੱਤਾ।
ਉਹ ਕੀ ਫਰਾਂਸ ਦੀਆਂ ਸਰਕਾਰਾਂ ਤੇ ਕੀ ਇੰਗਲੈਂਡ ਦੀਆਂ ਸਰਕਾਰਾਂ ਤੇ ਕੀ ਕਾਬਲ ਦੀਆਂ ਸਰਕਾਰਾਂ ਉਹਦੇ ਨਾਂ ਤੋਂ ਖੰਭ ਖਾਂਦੀਆਂ ਸੀ। ਚੀਨ ਤੱਕ ਉਹਦਾ ਸਿੱਕਾ ਚੱਲਿਆ। ਇਸ ਬੰਦਗੀ ਦਾ ਪ੍ਰਤਾਪ ਸੀ ਤੇ ਗੁਰੂ ਦੀ ਕਿਰਪਾ ਦੀ ਬਖਸ਼ਿਸ਼ ਦੀ ਕਲਾ ਸੀ। ਸੋ ਗੁਰੂ ਦੀ ਖੇਡ ਹੈ। ਕਹਿੰਦੇ ਜਦੋਂ ਜਾਂਦੇ ਨੇ ਬਾਜੇ ਵੱਜਦੇ ਨੇ, ਨਗਾਰੇ ਵੱਜਦੇ ਨੇ, ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਹਾਂਜੀ, ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਉਹਨਾਂ ਮਹਾਂਪੁਰਸ਼ਾਂ ਦੀ ਬੰਦਗੀ ਵਾਲਿਆਂ ਦੀ ਜੈ ਜੈਕਾਰ ਦਾ ਵਾਜਾ ਮਨੁੱਖਾਂ ਨੂੰ ਤਾਂ ਵਿਚਾਰਿਆਂ ਨੂੰ ਕੀ ਆ, ਕਹਿੰਦੇ ਤਿੰਨਾਂ ਲੋਕਾਂ 'ਚ ਦੇਵਤਿਆਂ ਨੂੰ ਵੀ ਸੁਣਾਈ ਦਿੰਦਾ। ਉਹਨਾਂ ਦੇ ਜੈ ਜੈਕਾਰ ਤਾਂ ਹੈ ਸਭ ਜਗ ਭਇਓ ਜੈ 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 ਸੁਰ ਲੋਕ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੈ ਜੈਕਾਰ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਹਾਂਜੀ, ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਗਰੀਬ ਨਵਾਜ ਜੀ ਖੀਰਲੀ ਪੰਕਤੀ 'ਚ ਫਰਮਾਨ ਕਰਦੇ ਆ ਕਿ ਜਦੋਂ ਵਾਹਿਗੁਰੂ ਆਪ ਨਦਰੋਂ ਨਦਰ ਨਿਹਾਲ ਕਰ ਦਿੰਦਾ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਵੱਲ ਵੇਖਦਾ ਹੈ ਮਿਹਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਦੀਆਂ ਕੁਲਾਂ ਹੀ ਤਾਰ ਦਿੰਦਾ ਹੈ। ਸਭ ਕੁਲ ਤਾਰ। ਪ੍ਰਹਲਾਦ ਜਨ ਕੇ ਹਰ ਜੀਓ ਇੱਕੀ ਕੁਲ ਉਧਾਰੇ। ਪ੍ਰਹਲਾਦ ਭਗਤ ਜੀ ਦੀਆਂ 21 ਕੁਲਾਂ ਤਰ ਗਈਆਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਚੌਥੀ ਉਦਾਸੀ ਤੋਂ ਬਾਅਦ ਵਾਪਸ ਪਰਤੇ ਤੇ ਘਰ ਵਿੱਚ ਖੀਰਾਂ, ਕੜਾਹ, ਪੂੜੀਆਂ ਬਣ ਰਹੀਆਂ। ਮਾਤਾ ਤ੍ਰਿਪਤਾ ਜੀ ਦਾਸੀਆਂ ਸਮੇਤ ਲੱਗੇ। ਪਿਤਾ ਕਾਲੂ ਜੀ ਭੱਜੇ ਫਿਰਦੇ ਤੇ ਸਤਿਗੁਰੂ ਪੁੱਛਦੇ, ਬਾਪੂ ਜੀ ਅੱਜ ਆਪਣੇ ਘਰ ਕੀ ਪ੍ਰੋਗਰਾਮ ਹੈ? ਬੜੀ ਖੀਰ ਬਣ ਰਹੀ ਹੈ, ਬੜਾ ਲੰਗਰ ਬਣ ਰਿਹਾ। ਪਿਤਾ ਜੀ ਕਹਿੰਦੇ, ਪੁੱਤਰ ਆਪਣੇ ਬਜ਼ੁਰਗਾਂ ਦਾ ਸਰਾਧ ਹੈ, ਵੱਡਿਆਂ ਦਾ, ਪਿਤਰਾਂ ਦਾ, ਉਹਨਾਂ ਦਾ ਭੋਜਨ ਬਣ ਰਿਹਾ। ਪਿਤਾ ਜੀ ਇਹ ਕੀ ਹੁੰਦਾ? ਜਾਣੀ ਜਾਣ ਸਭ ਕੁਝ ਜਾਣਦੇ ਸੀ। ਪੁੱਤਰ ਜਿਹੜੇ ਮੇਰੇ ਦਾਦੇ ਪੜਦਾਦੇ ਤੇਰੇ ਵੱਡੇ ਵਡੇਰੇ ਸੱਚਖੰਡ ਪ੍ਰਲੋਕ ਗਏ ਨੇ, ਉਹ ਪਿੱਤਰ ਲੋਕ 'ਚ ਬੈਠੇ ਨੇ ਤੇ ਪਿੱਤਰ ਲੋਕ ਵਿੱਚ ਉਹਨਾਂ ਨੂੰ ਰੋਟੀ ਪਹੁੰਚਾਈ ਦੀ ਹੈ। ਸਾਲ ਪਿੱਛੋਂ ਪੰਡਤਾਂ ਨੂੰ ਖਵਾ ਦਈਦਾ, ਉਹ ਉਹਨਾਂ ਨੂੰ ਪਹੁੰਚ ਜਾਂਦੀ ਹੈ। ਮਹਾਰਾਜ ਕਹਿੰਦੇ, ਪਿਤਾ ਜੀ ਆਪਣੇ ਨੇਤਰ ਬੰਦ ਕਰੋ ਜਰਾ। ਪਿਤਾ ਜੀ ਨੇ ਗੁਰੂ ਨਾਨਕ ਦੀ ਕੀ ਗੱਲ ਮੰਨਣੀ ਸੀ? ਸਾਰੀ ਉਮਰ ਨਹੀਂ ਸੀ ਮੰਨੀ, ਪਰ ਅੱਜ ਜਦੋਂ ਮਨਾਉਣ ਤੇ ਆਵੇ ਫਿਰ 1 ਮਿੰਟ ਲਾਉਂਦਾ ਪਾਤਸ਼ਾਹ। ਵੱਡੇ ਵੱਡੇ ਨਾਸਤਕ ਸਿੱਧੇ ਰਸਤੇ ਪੈ ਜਾਂਦੇ ਆ। ਪਿਤਾ ਦੀਆਂ ਆਪੇ ਹੀ ਅੱਖਾਂ ਬੰਦ ਹੋ ਗਈਆਂ। ਜਦੋਂ ਨੇਤਰ ਬੰਦ ਕਰਕੇ ਦੇਖਿਆ ਕਿ ਪਿਤਾ ਜੀ ਦੇ ਪਿਤਾ ਜੀ, ਉਹਨਾਂ ਦੇ ਪਿਤਾ ਜੀ ਬਾਬਾ ਸ਼ਿਵਰਾਮ ਜੀ, ਬਾਬਾ ਨਰੈਣ ਦਾਸ ਜੀ, ਗਾਂ ਦੀ ਗਾਂ ਜਿਹੜੇ ਵੱਡੇ ਹੋਏ, ਉਹ ਸਾਰੇ ਹੀ ਸੱਚਖੰਡ 'ਚ ਪਹੁੰਚੇ ਹੋਏ। ਮਾਰੇ ਕਹਿੰਦੇ, ਪਿਤਾ ਜੀ ਅੱਖਾਂ ਖੋਲੋ। ਅੱਖਾਂ ਖੋਲੀਆਂ। ਪਿਤਾ ਜੀ ਕੀ ਦੇਖਿਆ? ਕਹਿੰਦੇ, ਪੁੱਤਰ ਆਪਣੇ ਬਜ਼ੁਰਗ ਤਾਂ ਪਿੱਤਰ ਲੋਕ 'ਚੋਂ ਸਾਰੇ ਸੱਚਖੰਡ ਬਦਲ ਗਏ, ਉਧਰ ਚਲੇ ਗਏ। ਪਿਤਾ ਜੀ ਉੱਥੇ ਹੁਣ ਖੀਰ ਦੀ, ਕੜਾਹ ਦੀ, ਪੂੜੀਆਂ ਦੀ ਲੋੜ ਨਹੀਂ ਜੇ। ਉੱਥੇ ਭੁੱਖ ਨਹੀਂ ਲੱਗਦੀ ਜਿੱਥੇ ਉਹ ਪਹੁੰਚ ਗਏ ਆ। ਸਾਧ ਸੰਗਤ ਜੀ, ਹਰਿਆਣੇ ਦਾ ਪਿੱਛੇ ਜੀ ਉਹ ਟੀਵੀ ਤੇ YouTube ਤੇ ਪਿਆ ਹੈ, ਤੁਸੀਂ ਦੇਖ ਸਕਦੇ ਹੋ। ਬੱਚਾ 13 ਸਾਲ ਦਾ, ਉਹ ਕਹਿੰਦਾ ਮੇਰੀ ਮੌਤ ਹੋਈ ਸੀ ਐਕਸੀਡੈਂਟ 'ਚ, ਕਈ ਸਾਲ ਮੈਂ ਪ੍ਰੇਤ ਆਤਮਾ ਬਣਿਆ ਰਿਹਾ, ਭੁੱਖ ਬੜੀ ਲੱਗਦੀ ਸੀ, ਖਾਣ ਨੂੰ ਮਿਲਦਾ ਨਹੀਂ ਸੀ ਕੁਛ। ਆਤਮਾ ਨੂੰ ਕਿੰਨੀਆਂ ਤਕਲੀਫਾਂ ਹੁੰਦੀਆਂ ਨੇ। ਇਹ ਤਾਂ ਹੀ ਦੂਜੀ ਅਸ਼ਟਪਦੀ 'ਚ ਸਤਿਗੁਰੂ ਜੀ ਨੇ ਲਿਖਿਆ ਹੈ, ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ। ਜਹਾਂ ਤਿਰਖਾ ਲੱਗਦੀ ਹੈ, ਜਿੱਥੇ ਭੁੱਖ ਲੱਗਦੀ ਹੈ, ਉਹ ਸਾਰਾ ਲਿਖਿਆ ਮਹਾਰਾਜ ਨੇ। ਹੁੰਦਾ ਸਾਰਾ ਕੁਛ, ਸਭ ਕੁਛ ਆਤਮਾ ਨਾਲ ਵਰਤਦਾ ਹੈ। ਤੇ ਪਿੱਤਰਾਂ ਨੂੰ ਭੁੱਖ ਲੱਗਦੀ ਹੋਣੀ ਹੈ, ਪਰ ਹੁਣ ਤੇ ਪਿੱਤਰ ਲੋਕ 'ਚ ਹੀ ਨਹੀਂ ਰਹੇ। ਜੇ ਸਿਮਰਤ ਸਭ ਕਿਲ ਵਿਖ ਨਾਸੈ, ਪਿੱਤਰੀ ਹੋਏ ਉਧਾਰੋ। ਪਿੱਤਰ ਦੇ ਸੱਚਖੰਡ ਪਹੁੰਚ ਗਏ। ਹੁਣ ਉੱਥੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਹੁਣ ਸਰਾਧਾਂ ਦੀ ਲੋੜ ਨਹੀਂ ਹੈ। ਮਹਾਰਾਜ ਨੇ ਪਿਤਾ ਜੀ ਨੂੰ ਜਦੋਂ ਇਹ ਸਾਰਾ ਕੁਝ ਦਿਖਾਇਆ ਤੇ ਪਿਤਾ ਜੀ ਵੀ ਗੁਰੂ ਸਾਹਿਬ ਤੋਂ ਕਹਿੰਦੇ, ਹੁਣ ਮੈਨੂੰ ਬ੍ਰਹਮ ਗਿਆਨ ਬਖਸ਼ ਕੇ ਮੁਕਤੀ ਦਿਓ। ਤੇ ਗੁਰੂ ਸਾਹਿਬ ਨੇ ਪਿਤਾ ਜੀ ਤੇ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਦੇ ਵੀ ਅੰਦਰ ਪ੍ਰਕਾਸ਼ ਹੋ ਗਿਆ। ਉਹ ਫਿਰ ਉਹਨਾਂ ਨੂੰ ਸਮਝ ਆਈ ਕਿ ਮੈਂ ਪਿਛਲੇ 100 ਜਨਮਾਂ ਤੋਂ ਭਗਤੀ ਕਰਦਾ ਸੀ, ਮੇਰੇ ਘਰ ਪਰਮਾਤਮਾ ਜਨਮ ਲਵੇ, ਮੈਂ ਗੋਦੀ ਚੁੱਕਾਂਗਾ, ਮੂੰਹ ਚੁੰਮਾਂਗਾ, ਪਿਆਰ ਕਰਾਂਗਾ। ਭਗਤੀ ਸੀ ਮੇਰੀ, ਪਰ ਮੈਂ ਭੁੱਲ ਗਿਆ ਸੀ, ਕਿਉਂਕਿ ਪਰਮੇਸ਼ਰ ਨੇ ਕਿਹਾ ਸੀ ਤੂੰ ਤੇਰੇ ਘਰ ਜਨਮ ਤੇ ਲਵਾਂਗੇ, ਤੂੰ ਪਛਾਣ ਨਹੀਂ ਸਕੇਗਾ। ਐਸੇ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ
ਜਦੋਂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਉਹ ਬੰਦਾ ਹੀ ਨਹੀਂ ਤਰਦਾ, ਉਹਦੀਆਂ ਕੁਲਾਂ ਤਰ ਜਾਂਦੀਆਂ ਨੇ। ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਇਤਨੇ ਬਚਨ ਪ੍ਰਵਾਨ ਕਰੋ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਦਾਸ ਜੀਉ ਪਿੰਡ ਸਭ ਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੀਗ ਤੀਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ।
ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਪਤਤ ਪਾਵਨ ਕਿਰਪਾ ਨਿਧਾਨ ਗੁਰੂ ਗਰੀਬ ਨਿਵਾਸ ਸਾਹਿਬ ਜੀਓ। ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ। ਆਪ ਜੀ ਦੇ ਪਾਵਨ ਪਵਿੱਤਰ ਮਹਾਨ ਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਗਰੀਬ ਨਿਵਾਸ ਸਤਿਗੁਰੂ ਜੀਓ ਬਸੰਤ ਪੰਚਮੀ ਦੇ ਜੋੜ ਮੇਲੇ ਨੂੰ ਮਨਾਉਂਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਅੰਦਰ ਨਿਤਨੇ ਬਾਣੀਆਂ ਦੇ ਜਾਪ ਉਪਰੰਤ ਆਸਾ ਕੀ ਵਾਰ ਦੇ ਸ਼ਬਦ ਕੀਰਤਨ। ਪਾਤਸ਼ਾਹ ਜੀਓ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਮੁਖ ਵਾਕ ਦੀ ਵਿਚਾਰ ਕਥਾ ਹੋਈ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਨੇ। ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਕਰਨਾ। ਪਾਤਸ਼ਾਹ ਜੀਓ ਅੱਗੇ ਵਾਸਤੇ ਸੁਧ ਸਪਸ਼ਟ ਬਾਣੀ ਪੜਨ ਕੰਠ ਕਰਨ ਦੀ, ਕਥਾ ਕੀਰਤਨ ਕਰਨ ਦੀ ਵਿਵੇਕ ਬੁੱਧੀ ਬਖਸ਼ਿਸ਼ ਕਰਨੀ। ਆਪਣੇ ਚਰਨਾਂ ਦਾ ਪਿਆਰ ਬਖਸ਼ਣਾ, ਆਪਣੇ ਦਰ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਣੀ। ਕਿਰਪਾ ਨਿਧ ਸਤਿਗੁਰੂ ਜੀਓ ਆਪ ਜੀ ਦੇ ਮੁਬਾਰਕ ਚਰਨਾਂ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਰਬੱਤ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ। ਸਭਨਾਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀਆਂ ਵਰਤਾਉਣੀਆਂ। ਵਿਘਨਾਂ ਦਾ ਨਾਸ਼ ਕਰਨਾ, ਆਦਿ ਵਿਆਧੀ ਉਪਾਧੀ ਤੋਂ ਹੱਥ ਦੇ ਕਰਕੇ ਬਚਾਉਣਾ। ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ। ਪਾਤਸ਼ਾਹ ਗੁਰਮੁਖ ਗਾੜੀ ਰਾਹ ਦੇ ਉੱਪਰ ਚੱਲਣ ਦੀ ਜੀਵਨ ਜਾਚ ਬਖਸ਼ਣੀ। ਅੰਮ੍ਰਿਤ ਦੀ ਦਾਤ ਬਖਸ਼ਣੀ। ਕਿਰਪਾ ਨਿਧ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਨਿਧ ਸਤਿਗੁਰੂ ਜੀਓ ਕਿਰਪਾ ਕਰੋ। ਪਾਵਨ ਮੁਖ ਵਾਕ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਅਤੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਹੋਈਆਂ ਭੁੱਲਾਂ ਦੀ ਖਿਮਾ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਲ। ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਈ। ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਈ। ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾ ਮੁਬਾਰਕੀ
सदा बसंत परफड़ चित संभाल सोए सदा सदा गोबिंद भोलिया हौमै सुरत विसार हौमै मार विचार मन गुण विच गुण लै सार सो कहो टाल गुर सेविया अहनिस सहज दर्शन परसे जानम होआ सिफत खसम दी नूर अरसों पुरसों चट्टी है तोद डिठे सच्चे पातशाह मल जन्म जन्म दी तोद डिठे सच्चे श्री वाहिगुरु जी सूही महला पहला भांडा अच्छा सोए जो तिस भावसी भांडा आत्मलीन तोता अच्छा न होए सी भांडा अच्छा सोए जो तिस भावसी भांडा आत्मलीन तोता अच्छा न होए सी गुरु द्वारा होए सो जी पाए सी एत द्वारा धोए अच्छा होए सी मैले अच्छे का विचार आप वर्ताए सी मत को जान जाए अगे पाए सी जे कर्म कमाए तेहा होए सी अमृत हर का नाम आप वर्ताए सी चलिया पत स्यो जन्म सवार वाजा वाए सी मानस क्या बेचारा त्यो लोक सुनाए सी नानक आप निहाल सब कुल तार सी मानस क्या बेचारा त्यो लोक सुनाए सी नानक आप निहाल सब कुल तार सी वाहिगुरु जी का खालसा वाहिगुरु जी की फतेह सतनाम सतनाम वाहे